ਪੈਣਗੇ। 3 ਅਖੰਡ ਪਾਠਾਂ ਦੇ ਭੋਗ ਐਤਵਾਰ ਨੂੰ ਤਕਰੀਬਨ 9 ਵਜੇ ਪੈਣਗੇ ਜੀ। ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਾਰੇ ਹੀ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਸੰਗਤਾਂ ਨੂੰ ਪੰਥ ਦੇ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਆਪ ਸੰਗਤਾਂ ਨੂੰ ਪੌਣੇ ਘੰਟੇ ਵਾਸਤੇ ਜੋ ਪੰਥ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੈ, ਆਪ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਕਥਾ ਸਰਵਣ ਕਰਾ ਰਹੇ ਨੇ। ਬੜੇ ਪਿਆਰ ਨਾਲ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰੀ ਹਿੰਦ ਚੁਗਤਨ ਪਾਸ, ਕੌਣ ਗਜਬ ਕਰ ਏ ਭੈ ਨਾਸ। ਰਈਅਤ ਚੇਲੇ ਹਾਕਮ ਸ਼ੇਰ, ਹਾਕਮ ਬਾਜਿਉ ਰਹਿਤ ਬਟੇਰ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੇ ਗੁਰੂ, ਪੀਰਾਂ ਦੇ ਪੀਰ, ਸਰਕਾਰੇ ਕੁਲ ਆਲਮ, ਤਖਤ ਤੇ ਸੁਭਾਏਮਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਪਾਤਸ਼ਾਹੀ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ। ਬੜਾ ਭਾਗਾਂ ਵਾਲਾ ਸਮਾਂ ਹੈ ਜੋ ਕਿ ਇਸ ਸਥਾਨ ਤੋਂ ਰੋਜ਼ਾਨਾ ਆਪ ਸਭ ਸੰਗਤ ਸੰਧਿਆ ਵੇਲੇ ਪ੍ਰਾਚੀਨ ਪੰਥ ਪ੍ਰਕਾਸ਼ ਦੀ, ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ।
ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਸਤਲੁਜ ਦੀ ਹੱਦ ਤੇ ਸਤਲੁਜ ਦੇ ਇੱਕ ਪਾਸੇ ਅੰਗਰੇਜ਼ ਸਰਕਾਰ ਤੇ ਪੰਜੇ ਰਾਜਿਆਂ ਦੀ ਸੰਧੀ ਹੋਈ, ਦੂਸਰੇ ਪਾਸੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਹੋਇਆ ਤੇ ਕਿਸ ਤਰ੍ਹਾਂ ਦੋਵਾਂ ਦੀ ਸੰਧੀ ਦੇ ਵਿੱਚ ਇਲਾਕੇ ਵੰਡੇ ਗਏ। ਪਰ ਉਸ ਵਕਤ ਵੀ ਗੁਰੂ ਕੀ ਅਕਾਲੀ ਫੌਜ ਔਰ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਨਿਹੰਗ ਸਿੰਘ ਜੀ, ਜਿਹੜੇ ਕਿ 1300 ਘੋੜਸਵਾਰ ਫੌਜਾਂ ਦੇ ਨਾਲ ਆਜ਼ਾਦ ਵਿਚਰਦੇ ਨੇ, ਤੇ ਮਰੀ ਕਪਤਾਨ ਤੇ ਮਿਸਟਰ ਲੋਣੀ ਅਖਤਰ ਗੁਰੂ ਖਾਲਸਾ ਪੰਥ ਦੇ ਇਸ ਜਲਾਲ ਨੂੰ ਵੇਖ ਕੇ ਸੋਚਦਾ ਹੈ ਕਿ ਬਾਦਸ਼ਾਹ ਨੇ ਜੋ ਸਿੱਖਾਂ ਬਾਰੇ ਦੱਸਿਆ ਸੀ ਬਿਲਕੁਲ ਝੂਠ ਜਾਪਦਾ। ਸੋ ਅੱਜ ਦੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ ਕਿ ਮਿਸਟਰ ਲੋਣੀ ਅਖਤਰ ਦੁਬਾਰਾ ਵਿਚਾਰ ਕਰਕੇ ਸਿੱਖਾਂ ਬਾਰੇ ਖੋਜ ਕਿਸ ਤਰ੍ਹਾਂ ਕਰਦਾ ਹੈ। ਆਓ ਇੱਕ ਵਾਰ ਕਲਗੀਆਂ ਵਾਲੇ ਪਾਤਸ਼ਾਹ ਚੋਜੀ ਪਿਆਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਈਏ, ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੀ ਹਿੰਦ ਚੁਗਤਨ ਪਾਸ। ਜਿਹੜਾ ਮਿਸਟਰ ਲੋਣੀ ਅਖਤਰ ਹੈ ਉਹ ਆਪਣੇ ਜੂਨੀਅਰ ਮਰੀ ਕਪਤਾਨ ਨੂੰ ਕਹਿੰਦਾ ਹੈ ਕਿ ਜੋ ਬਾਦਸ਼ਾਹ ਨੇ ਦੱਸਿਆ ਸੀ ਮੈਨੂੰ ਸੱਚ ਨਹੀਂ ਜਾਪਦਾ, ਕਿਉਂਕਿ ਹੋ ਨਾ ਹੋਵੇ ਇਸ ਅਕਾਲੀ ਫੌਜ ਦੇ ਵਿੱਚ ਕੋਈ ਇੱਕ ਅਗੰਮੀ ਤਾਕਤ ਮੈਨੂੰ ਜਾਪਦੀ ਹੈ, ਕਿਉਂਕਿ ਸਾਰਾ ਹਿੰਦੁਸਤਾਨ 22 ਸੂਬਿਆਂ ਦੇ ਉੱਤੇ ਸਮੁੰਦਰੀ ਟਾਪੂਆਂ ਦੇ ਉੱਤੇ 700 ਸਾਲ ਤੋਂ ਮੁਗਲ ਹਕੂਮਤ ਰਾਜ ਜਮਾ ਕੇ ਬੈਠੀ ਸੀ। ਪਰ ਕਿਸ ਤਰ੍ਹਾਂ ਇਨ੍ਹਾਂ ਖਾਲਸਿਆਂ ਨੇ 700 ਸਾਲ ਤੋਂ ਗੁਲਾਮ ਭਾਰਤ ਨੂੰ ਆਜ਼ਾਦ ਕਰਾਇਆ ਤੇ 22 ਸੂਬਿਆਂ ਦੇ ਉੱਤੇ ਇਨ੍ਹਾਂ ਖਾਲਸਿਆਂ ਨੇ ਇਸ ਗੁਰੂ ਕੀ ਫੌਜ ਨੇ ਗੁਰੂ ਕੇ ਅਕਾਲੀ ਨਿਸ਼ਾਨ ਚਲਾਏ ਨੇ। ਇਹ ਬੜਾ ਵੱਡਾ ਕੌਤਕ ਹੈ। ਕੌਣ ਗਜਬ ਕਰ ਏ ਭੈ ਨਾਸ। ਕੋਈ ਨਾ ਕੋਈ ਗਜ਼ਬ ਤੇ ਹੈ, ਕਰਾਮਾਤ ਤੇ ਹੈ ਕਿ ਜਿਹੜੀ ਮੁਗਲ ਹਕੂਮਤ ਆਪਣੇ ਆਪ ਦੇ ਵਿੱਚ ਇੱਕ ਵੱਡੀ ਤਾਕਤ ਰੱਖਦੀ ਸੀ, ਉਸ ਮੁਗਲ ਹਕੂਮਤ ਨੂੰ ਇਨ੍ਹਾਂ ਮੁੱਠੀ ਭਰ ਸਿੰਘਾਂ ਨੇ ਪਲਾਂ ਦੇ ਵਿੱਚ ਨਾਸ਼ ਕਰ ਦਿੱਤਾ। ਰਈਅਤ ਛੇਲੀ ਹਾਕਮ ਸ਼ੇਰ। ਪ੍ਰਾਤਨ ਸਮੇਂ ਤੋਂ ਹੀ ਹਾਕਮਾਂ ਨੂੰ, ਸਰਕਾਰਾਂ ਨੂੰ ਸ਼ੇਰ ਕਿਹਾ ਜਾਂਦਾ ਹੈ ਤੇ ਪ੍ਰਜਾ ਨੂੰ ਭੇਡਾਂ ਬੱਕਰੀ ਕਿਹਾ ਜਾਂਦਾ ਹੈ। ਅੰਗਰੇਜ਼ ਮਿਸਟਰ ਲੋਣੀ ਅਖਤਰ ਕਹਿੰਦਾ ਹੈ ਮਰੀ ਕਪਤਾਨ ਨੂੰ ਕਿ ਮੁਗਲ ਹਕੂਮਤ ਦੇ ਹਾਕਮ ਆਪਣੇ ਆਪ ਦੇ ਵਿੱਚ ਸ਼ੇਰਾਂ ਦੀ ਤਾਕਤ ਰੱਖਦੇ ਨੇ ਤੇ ਦਿੱਲੀ ਦਾ ਬਾਦਸ਼ਾਹ ਗੌਹਰ ਅਲੀ ਇਹਨਾਂ ਨੂੰ ਰਈਅਤ ਕਹਿੰਦਾ ਸੀ, ਭੇਡਾਂ ਬੱਕਰੀ ਕਹਿੰਦਾ ਸੀ। ਪਰ ਮੈਂ ਜਦੋਂ ਇਹਨਾਂ ਦੇ ਅਕਾਲੀ ਬਾਣੇ ਨੂੰ ਵੇਖਦਾ, ਇਹਨਾਂ ਦੇ ਸੀਸ ਤੇ ਸਜੀਆਂ ਦਸਤਾਰਾਂ ਨੂੰ ਵੇਖਦਾ, ਇਹਨਾਂ ਦੇ ਚਿਹਰੇ ਦੇ ਉੱਤੇ ਪ੍ਰਕਾਸ਼ ਦਾੜਿਆਂ ਨੂੰ ਵੇਖਦਾ ਤੇ ਮੈਨੂੰ ਭੇਡਾਂ ਬੱਕਰੀ ਨਹੀਂ ਬਲਕਿ ਬੱਬਰ ਸ਼ੇਰ ਤੋਂ ਵੀ ਵੱਧ ਪ੍ਰਤਾਪ ਦੇ ਮਾਲਕ ਜਾਪਦੇ ਹਨ। ਹਾਕਮ ਬਾਜਿਉ ਰਹਿਤ ਬਟੇਰ। ਹਾਕਮਾਂ ਨੂੰ ਬਾਜ ਮੰਨਿਆ ਜਾਂਦਾ ਸੀ ਤੇ ਪ੍ਰਜਾ ਨੂੰ ਬਟੇਰ ਮੰਨਿਆ ਜਾਂਦਾ ਸੀ। ਬਾਜ ਤਾਂ ਬਟੇਰਾਂ ਦਾ ਸ਼ਿਕਾਰ ਕਰਦਾ ਸੀ। ਇਹ ਪਹਿਲੀ ਵਾਰ ਹੋਇਆ ਕਿ ਬਟੇਰਿਆਂ ਨੇ ਬਾਜਾਂ ਦਾ ਸ਼ਿਕਾਰ ਕੀਤਾ। ਖਾਲਸਾ ਜੀ ਸੱਚ ਹੈ, ਜਿਨ੍ਹਾਂ ਜਿਨ੍ਹਾਂ ਦੇਸ਼ਾਂ ਨੂੰ ਗੁਲਾਮ ਬਣਾਇਆ ਜਾਂਦਾ ਸੀ ਉੱਥੋਂ ਦੀ ਪ੍ਰਜਾ ਚਿੜੀਆਂ ਦੀ ਤਰ੍ਹਾਂ ਹੋ ਜਾਂਦੀ ਸੀ ਤੇ ਹਾਕਮ ਸਰਕਾਰ ਬਾਜਾਂ ਦੀ ਤਰ੍ਹਾਂ ਹੋ ਜਾਂਦੀ ਸੀ ਤੇ ਜਿਹੜਾ ਤਖਤ ਤੇ ਬੈਠ ਜਾਂਦਾ ਸੀ ਪ੍ਰਜਾ ਦਾ ਲਹੂ ਚੂਸਦਾ ਸੀ। ਇਸੇ ਕਰਕੇ ਕਿਹਾ ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੈ। ਜਿਹੜਾ ਹਾਕਮ ਜ਼ੁਲਮ ਕਰਨ ਲੱਗ ਜਾਵੇ ਉਹਦੀ ਬਿਰਤੀ ਕੁੱਤੇ ਵਰਗੀ ਹੋ ਜਾਂਦੀ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੁਆਮੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖੜ ਕੇ ਜਿਹੜੀਆਂ ਖਾਲਸਾ ਜੀ ਖੰਡੇ ਬਾਟੇ ਦੇ ਪੋਹਲ ਦੇ ਛਿੱਟੇ ਗੁਰੂ ਕੇ ਖਾਲਸੇ ਨੂੰ ਬਖਸ਼ੇ ਨੇ, ਜਿਹੜਾ ਵੀ ਗੁਰੂ ਕਾ ਸਿੱਖ ਖੰਡੇ ਬਾਟੇ ਦੀ ਪੌਲ ਲੈਂਦਾ ਸੱਚ ਹੈ ਭੇਡਾਂ ਬੱਕਰੀ ਤੋਂ ਫਿਰ ਬੱਬਰ ਸ਼ੇਰ ਬਣ ਜਾਂਦਾ ਹੈ। ਦੋਹਰਾ ਛੇਲੀਆਂ ਮਾਰੇ ਸ਼ੇਰ ਕਿਮ ਕਿਮ ਬਟੇਰਨ ਮਾਰੇ ਬਾਜ। ਮਿਸਟਰ ਲੋਣੀ ਅਖਤਰ ਕਹਿੰਦਾ ਪਤਾ ਕਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਭੇਡਾਂ ਬੱਕਰੀ ਵਰਗੀ ਪ੍ਰਜਾ ਨੇ ਬੱਬਰ ਸ਼ੇਰਾਂ ਦਾ ਸ਼ਿਕਾਰ ਕੀਤਾ।
ਕਿਸ ਤਰ੍ਹਾਂ ਬਟੇਰਿਆਂ ਨੇ ਬਾਜਾਂ ਨੂੰ ਮਾਰਿਆ, ਭਾਵ ਆਮ ਪ੍ਰਜਾ ਨੇ, ਆਮ ਖੇਤੀਬਾੜੀ ਕਰਨ ਵਾਲੇ ਲੋਕਾਂ ਨੇ ਕਿਸ ਤਰ੍ਹਾਂ ਤਖਤਾਂ ਦੇ ਮਾਲਕ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟੀਆਂ। ਐ ਮਰੀ ਕਪਤਾਨ, ਜਰਾ ਇਸ ਬਾਰੇ ਖੋਜ ਕਰੀਏ। ਹਾਕਮ ਮਾਰੇ ਰਯਤ ਯਹ ਕਰਮਾਤੇ ਕਾਜ। ਕਿਉਂਕਿ ਅੱਜ ਤੱਕ ਸੁਣਿਆ ਸੀ ਹਾਕਮ ਲੋਕ ਪ੍ਰਜਾ ਨੂੰ ਦੁੱਖ ਦਿੰਦੇ ਸੀ, ਪਰ ਸੱਚ ਹੈ ਕਲਗੀਆਂ ਵਾਲੇ ਪਾਤਸ਼ਾਹ ਦੀ ਅਕਾਲੀ ਫੌਜ ਨੇ ਸਾਬਤ ਕਰਕੇ ਵਿਖਾਇਆ ਕਿ ਜਿਹੜਾ ਗੁਰੂ ਕੀ ਅਕਾਲੀ ਫੌਜ ਤੇ ਵਾਧੀ ਕਰਦਾ ਹੈ, ਖਾਲਸਾ ਜੀ ਫਿਰ ਗੁਰੂ ਕਾ ਖਾਲਸਾ ਖਿੰਨ ਨਹੀਂ ਲਾਉਂਦਾ, ਉਹਦੇ ਰਾਜ ਦੀਆਂ ਜੜ੍ਹਾਂ ਪੱਟ ਦਿੰਦਾ ਹੈ। ਇਨ ਮੈਂ ਕਿਛ ਸਖਤ ਬਲ ਕਹਿ ਕਿਸ ਡਾਡੇ ਪੰਥ। ਮਿਸਟਰ ਲੌਣੀ ਅਖਤਰ ਕਹਿੰਦਾ ਇਹਨਾਂ ਵਿੱਚ ਕੋਈ ਅਗੰਮੀ ਕਰਾਮਾਤ ਹੈ, ਕਿਉਂਕਿ ਇਹ ਭਾਵੇਂ ਜੰਗਲਾਂ ਵਿੱਚ ਰਾਤਾਂ ਕੱਟਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟਦੇ ਨੇ, ਵਰਸ਼ਿਆਂ ਦੇ ਆਸਰੇ ਰਾਤਾਂ ਕੱਟਦੇ ਨੇ, ਇਹਨਾਂ ਦੇ ਕੋਲ ਛਕਣ ਵਾਸਤੇ ਸੰਸਾਰਕ ਪਦਾਰਥ ਬਹੁਤੇ ਨਹੀਂ। ਪਰ ਸੱਚੀ ਗੱਲ ਹੈ, ਜਦੋਂ ਇਹ ਗੁਰੂ ਕੀ ਨਿਹੰਗ ਸਿੰਘਾਂ ਦੀ ਫੌਜ ਘੋੜਿਆਂ ਤੇ ਸਵਾਰ ਹੋ ਕਰਕੇ ਅਕਾਲ ਦੇ ਜਕਾਰੇ ਗਜਾਉਂਦੇ ਕਿਸੇ ਤਖਤ ਵੱਲ ਮੂੰਹ ਕਰਦੀ ਹੈ, ਉਸ ਤਖਤ ਦਾ ਜ਼ੁਲਮੀ ਹਾਕਮ, ਜ਼ੁਲਮੀ ਬਾਦਸ਼ਾਹ ਵੀ ਆਪਣੀ ਜਾਨ ਬਚਾਉਂਦਾ ਤਖਤ ਛੱਡ ਕੇ ਭੱਜ ਜਾਂਦਾ ਹੈ। ਮਿਸਟਰ ਲੌਣੀ ਅਖਤਰ ਕਹਿੰਦਾ ਇਹ ਕੋਈ ਮਾਮੂਲੀ ਕੌਮ ਨਹੀਂ, ਇਹ ਕਿਸੇ ਡਾਢੇ ਦਾ ਪੰਥ ਹੈ। ਵੇਖੋ ਖਾਲਸਾ ਜੀ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਦੀ ਰਹਿਮਤ, ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ, ਇਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਖਾਲਸਾ ਪੰਥ ਦੇ ਅੰਦਰ ਵਰਤਦੀ ਹੈ ਕਿ ਸੱਚੇ ਪਾਤਸ਼ਾਹ ਦੇ ਪੰਥ ਦੀ ਜੈ ਜੈਕਾਰ ਅੱਜ ਵੀ ਕੁੱਲ ਕਾਇਨਾਤ ਦੇ ਉੱਪਰ ਹੋ ਰਹੀ ਹੈ। ਇਹ ਕਾਰਨ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੀ ਬਾਣੀ ਦੇ ਵਿੱਚ ਬਚਨ ਹੈ ਕਿ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ, ਯਹੀ ਆਸ ਪੂਰਨ ਕਰੋ ਤੁਮ ਹਮਾਰੀ, ਮਿਟੈ ਕਸ਼ਟ ਗਊਨ ਛੁਟੈ ਖੇਦ ਭਾਰੀ, ਫਤਿਹ ਸਤਿਗੁਰੂ ਕੀ ਜਗਤ ਸਿਓ ਬਲਾਉ, ਸਬਨ ਕੋ ਸ਼ਬਦ ਵਾਹੇ ਵਾਹਿ ਦ੍ਰਿੜਾਉ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਅਕਾਲ ਪੁਰਖ ਅੱਗੇ ਵਰ ਮੰਗਿਆ ਕਿ ਮੈਂ ਐਸਾ ਅਗੰਮੀ ਨਿਲੰਬਰ ਧਾਰੀ ਪੰਥ ਪ੍ਰਗਟ ਕਰਾਂਗਾ ਜਿਹੜਾ ਸੰਸਾਰ ਦੇ ਤਖਤੇ ਤੇ ਪ੍ਰਗਟ ਹੋ ਕਰਕੇ ਮਜ਼ਲੂਮਾਂ ਦੀ ਰੱਖਿਆ ਕਰੇਗਾ, ਜ਼ੁਲਮਾਂ ਦਾ ਨਾਸ ਕਰੇਗਾ, ਜ਼ਾਲਮ ਹਾਕਮਾਂ ਦੇ ਤਖਤ ਹਿਲਾ ਦੇਵੇਗਾ। ਤੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਬਚਨ ਕੀਤਾ ਕਿ ਜਦੋਂ ਇਹ ਖਾਲਸਾ ਪੰਥ ਪ੍ਰਗਟ ਹੋਵੇਗਾ, ਇਹ ਸਾਰੇ ਸੰਸਾਰ ਦੇ ਤਖਤੇ ਦੇ ਉੱਤੇ ਵਾਹਿਗੁਰੂ ਗੁਰਮੰਤਰ ਦੇ ਨਾਮ ਦੀਆਂ ਗੁੰਜ਼ਾਰਾਂ ਪਾ ਦੇਵੇਗਾ। ਖਾਲਸਾ ਜੀ ਸਿੱਖ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਇੱਕ ਵਾਰ ਉੱਠੇ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਹਾਜ਼ਰ ਜਾਣ ਕਰਕੇ ਬੜੇ ਪਿਆਰ ਦੇ ਨਾਲ ਆਪਣੇ ਬਾਪੂ ਨੂੰ ਆਵਾਜ਼ ਲਾਵੇ, ਵਾਹਿਗੁਰੂ 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 ਗੁਰਮੰਤਰ ਦਾ ਅਭਿਆਸੀ ਹੋਵੇ। ਤੇ ਸਤਿਗੁਰੂ ਕਹਿੰਦੇ ਜਿੱਥੇ ਵਾਹਿਗੁਰੂ ਗੁਰਮੰਤਰ ਦੇ ਨਾਮ ਦੀਆਂ ਗੁੰਜ਼ਾਰਾਂ ਪਾਵੇਗਾ, ਸੱਚ ਹੈ ਉੱਥੇ ਅਕਾਲ ਪੁਰਖ ਵਾਹਿਗੁਰੂ ਦੀ ਫਤਿਹ ਦੇ ਨਾਰੇ ਬੁਲੰਦ ਕਰੇਗਾ। ਅਕਾਲ ਪੁਰਖ ਨੇ ਪੁੱਛਿਆ, ਕੋਤਕ ਫਤਿਹ ਦੇ ਨਾਰੇ ਬੁਲੰਦ ਕਿਸ ਤਰ੍ਹਾਂ ਹੋਣਗੇ? ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਮੈਂ ਉਹ ਡਾਢਾ ਪੰਥ ਸਾਜਾਂਗਾ, ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਮੈਂ ਐਸਾ ਅਕਾਲੀ ਪੰਥ ਸਾਜਾਂਗਾ ਜਿਸ ਅਕਾਲੀ ਪੰਥ ਦੇ ਪੈਰੋਕਾਰ ਜਦੋਂ ਨੀਲਾ ਬਾਣਾ ਧਾਰ ਕੇ ਅਰਦਾਸਾ ਸੋਧ ਕੇ ਕਿਸੇ ਜ਼ੁਲਮੀ ਹਾਕਮ ਵੱਲ ਮੂੰਹ ਕਰਨਗੇ, ਉਹਦੇ ਰਾਜ ਨੂੰ ਮਲੀਆ ਮੇਟ ਪਲਾਂ ਦੇ ਵਿੱਚ ਕਰਕੇ ਵਿਖਾਉਣਗੇ। ਲਿਖੋ ਹਕੀਕਤ ਇਨ ਸਭੋ ਤੋ ਯੈ ਪਈਏ ਅੰਤ। ਮਿਸਟਰ ਲੌਣੀ ਅਖਤਰ ਗੁਰੂ ਕੇ ਖਾਲਸਿਆਂ ਦੀ ਚੜ੍ਹਤ ਨੂੰ ਵੇਖ ਕੇ ਮਰੀ ਕਪਤਾਨ ਨੂੰ ਕਹਿੰਦਾ ਹੈ ਕਿ ਇਹਨਾਂ ਬਾਰੇ ਜੋ ਅਸਲੀ ਹਕੀਕਤ ਹੈ, ਜੋ ਸੱਚ ਹੈ, ਉਹੀ ਆਪਾਂ ਨੂੰ ਖੋਜ ਕਰਕੇ ਲਿਖਣਾ ਚਾਹੀਦਾ ਹੈ। ਜਰਨੈਲ ਕੁਮਾਲੀ ਕਹੀ ਜਿਮ ਕਹੀਂ ਦਿੱਲੀ ਕੇ ਸ਼ਾਹ। ਤੇ ਮਾਲੀ ਕਪਤਾਨ ਤੋਂ ਭਾਵ ਮਰੀ ਕਪਤਾਨ ਮਿਸਟਰ ਲੌਣੀ ਅਖਤਰ ਨੂੰ ਆਪਣੇ ਸੀਨੀਅਰ ਨੂੰ ਕਹਿੰਦਾ ਹੈ ਕਿ ਸਰ ਜੋ ਦਿੱਲੀ ਦੇ ਬਾਦਸ਼ਾਹ ਗੌਹਰ ਅਲੀ ਨੇ ਲਿਖਾਇਆ ਹੈ, ਕਿਉਂ ਨਾ ਆਪਾਂ ਉਹਨੂੰ ਸੱਚ ਮੰਨ ਕੇ ਲੰਡਨ ਦੀ ਰਾਣੀ ਕੋਲ, ਲੰਡਨ ਦੇ ਬਾਦਸ਼ਾਹ ਕੋਲ ਭੇਜ ਦਈਏ। ਤੈਸੇ ਲਿਖ ਪਠਾਈਐ
ਪੈ ਲੰਦਨ ਪਾਤਸ਼ਾਹ। ਕਿਉਂਕਿ ਜੋ ਦਿੱਲੀ ਦੇ ਬਾਦਸ਼ਾਹ ਨੇ ਲਿਖਿਆ ਹੋ ਸਕਦਾ ਹੈ ਉਹ ਸੱਚ ਹੋਵੇ, ਕਿਉਂ ਨਾ ਹੂਬਹੂ ਉਹੀ ਲਿਖਤ ਲੰਡਨ ਦੀ ਧਰਤੀ ਤੇ ਬਾਦਸ਼ਾਹ ਕੋਲ ਰਾਣੀ ਕੋਲ ਭੇਜ ਦਈਏ। ਚੌਪਈ ਜਰਨੈਲ ਅੰਗਰੇਜ਼ ਥੋ ਬੜੋ ਗਿਆਨੀ। ਕਹਿੰਦੇ ਭਾਈ ਰਤਨ ਸਿੰਘ ਜੀ ਭੰਗੂ ਕੇ ਜੋ ਮਿਸਟਰ ਲੋਣੀ ਅਖਤਰ ਸੀ, ਪੜ੍ਹਿਆ ਲਿਖਿਆ ਸੀ, ਵਿਦਵਾਨ ਸੀ, ਹਰ ਇੱਕ ਗੱਲ ਦੀ ਤਹਿ ਤੱਕ ਜਾਂਦਾ ਸੀ। ਕਹਾ ਮਰੀ ਸੋ ਸੇ ਨਾ ਮਾਨੀ। ਮਿਸਟਰ ਲੋਣੀ ਅਖਤਰ ਮਰੀ ਕਪਤਾਨ ਨੂੰ ਕਹਿੰਦਾ ਕਿ ਨਹੀਂ, ਇਸ ਤਰ੍ਹਾਂ ਮੈਨੂੰ ਸਹੀ ਨਹੀਂ ਜਾਪਦਾ, ਪੂਰੀ ਖੋਜ ਕਰਨੀ ਚਾਹੀਦੀ ਹੈ। ਕਹਿਓ ਕੂੜ ਜੋ ਹੋਏ ਪਾਤਸ਼ਾਹ। ਕਿਉਂਕਿ ਜੇ ਬਾਦਸ਼ਾਹ ਦੀ ਕਹੀ ਕੋਈ ਵੀ ਗੱਲ ਝੂਠੀ ਹੋਈ ਦੇਹ ਬਾਤ ਮੋਹਿ ਕੂੜ ਕਰਾ ਹੈ। ਤਾਂ ਸੰਸਾਰ ਦੇ ਤਖਤੇ ਤੇ ਮੇਰੀ ਸਰਕਾਰ ਦੇ ਅੱਗੇ, ਬਾਦਸ਼ਾਹ ਦੇ ਅੱਗੇ, ਬ੍ਰਿਟਿਸ਼ ਸਰਕਾਰ ਦੇ ਅੱਗੇ ਮੈਨੂੰ ਝੂਠਾ ਪਾ ਦੇਵੇਗੀ। ਦੂਸਰ ਬਾਤ ਤਿਨ ਲਈ ਵਿਚਾਰ। ਇਸ ਕਰਕੇ ਆਪਾਂ ਨੂੰ ਦੂਸਰੀ ਵਾਰ ਫਿਰ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਉਹ ਤੋ ਬਿਰਦ ਉਹ ਵੱਡ ਬਰਖਰ ਦਾ ਖਬਰਦਾਰ। ਕਿਉਂਕਿ ਆਪਣੀ ਉਮਰ ਸੰਸਾਰ ਤੇ ਬਹੁਤ ਹੋ ਚੁੱਕੀ ਹੈ ਤੇ ਇੰਨਾ ਕੇ ਗਿਆਨ ਸਾਨੂੰ ਵੀ ਹੈ ਕਿ ਕਿਹੜਾ ਇਨਸਾਨ ਝੂਠ ਬੋਲਦਾ ਹੈ ਤੇ ਕਿਹੜਾ ਸੱਚ ਬੋਲਦਾ ਹੈ। ਤੇ ਬਾਦਸ਼ਾਹ ਦੀਆਂ ਗੱਲਾਂ ਮੈਨੂੰ ਸੱਚ ਨਹੀਂ ਜਾਪਦੀਆਂ, ਕਿਉਂਕਿ ਇਹ ਜੋ ਖਾਲਸਾ ਹੈ, ਇਹ ਜੋ ਅਕਾਲੀ ਫੌਜ ਹੈ, ਇਹ ਕਿਸੇ ਤੇ ਵੱਧ ਹੀ ਨਹੀਂ ਕਰਦੀ, ਇਹ ਵੈਰੀ ਨਹੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ। ਸੋ ਇਸ ਕਰਕੇ ਵਿਚਾਰ ਕਰ ਲੈਣੀ ਚਾਹੀਦੀ ਹੈ। ਸਿੰਘ ਨੇ ਉਹ ਪਤਸ਼ਾਹਨ ਮਾਹੇ। ਹੋ ਸਕਦਾ ਹੈ ਦਿੱਲੀ ਦੇ ਬਾਦਸ਼ਾਹ ਤੇ ਸਿੰਘਾਂ ਦੇ ਵਿਚਕਾਰ ਕੋਈ ਆਪਸੀ ਰੰਜਿਸ਼ ਹੋਵੇ, ਇਸ ਕਰਕੇ ਦਿੱਲੀ ਦੇ ਬਾਦਸ਼ਾਹ ਨੇ ਇਹਨਾਂ ਬਾਰੇ ਕੂੜ ਬੋਲਿਆ ਹੈ, ਝੂਠ ਬੋਲਿਆ ਹੈ। ਲਿਖਿਓ ਸਰੀਕੋ ਜਰਨੈਲ ਵਾਹੇ। ਇਸ ਕਰਕੇ ਆਪਾਂ ਬਿਲਕੁਲ ਦਿੱਲੀ ਦੇ ਬਾਦਸ਼ਾਹ ਦੀ ਗੱਲ ਨੂੰ ਨਹੀਂ ਲਿਖਾਂਗੇ। ਕਹੀਂ ਬਾਤ ਜੋ ਸ਼ਾਹੇ ਸੱਚ ਹੋਗ। ਪਰ ਹਾਂ, ਇੱਕ ਵਾਰ ਖੋਜ ਕਰੀਏ, ਇੱਥੋਂ ਦੇ ਲੋਕਾਂ ਨੂੰ ਪੁੱਛੀਏ, ਜੇ ਕਿਤੇ ਦਿੱਲੀ ਦੇ ਬਾਦਸ਼ਾਹ ਦੀ ਕੋਈ ਵੀ ਗੱਲ ਸੱਚੀ ਜਾਪਦੀ ਹੈ ਭਰੇ ਸ਼ਾਹਿਦ ਦੀ ਸਭ ਉਸ ਲੋਗ। ਤਾਂ ਫਿਰ ਇਸ ਧਰਤੀ ਦੇ ਲੋਕ ਵੀ ਦਿੱਲੀ ਦੇ ਬਾਦਸ਼ਾਹ ਦੀ ਗੱਲ ਦੇ ਵਿੱਚ ਹਾਮੀ ਭਰਨਗੇ। ਭਾਵ ਜੋ ਦਿੱਲੀ ਦੇ ਬਾਦਸ਼ਾਹ ਨੇ ਲਿਖਾਇਆ ਹੈ, ਜਦੋਂ ਆਮ ਲੋਕਾਂ ਨੂੰ ਪੁੱਛਾਂਗੇ ਖਾਲਸਿਆਂ ਬਾਰੇ ਕਿ ਇਹ ਸੱਚਮੁੱਚ ਆਕੀ ਨੇ, ਕੀ ਇਹ ਸੱਚਮੁੱਚ ਅੱਤਵਾਦੀ ਨੇ, ਕੀ ਇਹ ਸੱਚਮੁੱਚ ਬਾਗੀ ਨੇ, ਤੇ ਫਿਰ ਲੋਕ ਵੀ ਅੱਤਵਾਦੀ ਕਹਿਣਗੇ, ਕੱਲੀ ਸਰਕਾਰ ਅੱਤਵਾਦੀ ਨਹੀਂ ਕਵੇਗੀ। ਖਾਲਸਾ ਜੀ, ਇਹ ਤੇ ਖਾਲਸਾ ਪੰਥ ਨੂੰ ਸ਼ੁਰੂ ਤੋਂ ਵਿਰਾਸਤ ਤੇ ਮਿਲਿਆ ਕਿ ਸਰਕਾਰਾਂ ਤੇ ਖਾਲਸਿਆਂ ਨੂੰ ਅੱਤਵਾਦੀ ਕਹਿੰਦੀਆਂ, ਪਰ ਲੋਕ ਅਰਦਾਸਾਂ ਕਰਦੇ ਨੇ ਕਿ ਇਹੋ ਜਿਹੇ ਖਾਲਸੇ ਬਾਰ-ਬਾਰ ਸਾਡੇ ਇਲਾਕਿਆਂ ਦੇ ਵਿੱਚ ਆਉਂਦੇ ਰਹਿਣ। ਜਦੋਂ ਫਾਰਮਰ ਪ੍ਰੋਟੈਸਟ, ਕਿਸਾਨੀ ਅੰਦੋਲਨ ਚੱਲਿਆ, ਤਾਂ ਉਸ ਵਕਤ ਭਾਰਤ ਦੇ ਮੀਡੀਆ ਨੂੰ ਖਰੀਦ ਕੇ ਕਿਸਾਨਾਂ ਨੂੰ ਤੇ ਗੁਰੂ ਕੀਆਂ ਫੌਜਾਂ ਨੂੰ ਉੱਥੇ ਅੱਤਵਾਦੀ ਤੇ ਵੱਖਵਾਦੀ ਕਿਹਾ ਜਾਂਦਾ ਸੀ। ਪਰ ਜਦੋਂ ਕਿਸਾਨੀ ਅੰਦੋਲਨ ਸਮਾਪਤ ਹੋਇਆ, ਖਾਲਸੇ ਦੀ ਜਿੱਤ ਹੋਈ, ਗੁਰੂ ਨਾਨਕ ਸਾਹਿਬ ਦੀ ਕਲ੍ਹਾ ਵਰਤੀ, ਤੇ ਉਸੇ ਭਾਰਤੀ ਮੀਡੀਆ ਦੇ ਉੱਤੇ ਦਿੱਲੀ ਦੇ ਸਿੰਘੂ ਬਾਰਡਰ ਦੇ ਲੋਕ ਅੱਖਾਂ ਵਿੱਚ ਹੰਝੂ ਲਿਆ ਕੇ ਇਹ ਗੱਲ ਕਹਿੰਦੇ ਸਨ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਗੁਰੂ ਨਾਨਕ ਦੇ ਸਿੱਖ ਬਾਰ-ਬਾਰ ਆਉਣ, ਕਿਉਂਕਿ ਇਹ ਪਹਿਲਾ ਅੰਦੋਲਨ ਐਸਾ ਸੰਸਾਰ ਦੇ ਤਖਤੇ ਤੇ ਹੋਇਆ ਜਿਸ ਅੰਦੋਲਨ ਦੇ ਵਿੱਚ ਨਾ ਤਾਂ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਖਤਰਾ ਸੀ ਤੇ ਨਾ ਹੀ ਇਸ ਅੰਦੋਲਨ ਦੇ ਵਿੱਚੋਂ ਕੋਈ ਭੁੱਖਾ ਗਿਆ ਸੀਗਾ। ਇਨ੍ਹਾਂ ਕਿਸਾਨੀ ਅੰਦੋਲਨ ਦੇ ਵਿੱਚ ਗੁਰੂ ਨਾਨਕ ਦੇ ਸਿੱਖਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ। ਖਾਲਸਾ ਜੀ, ਮਾਣ ਕਰਨਾ ਚਾਹੀਦਾ ਆਪਣੀ ਵਿਰਾਸਤ ਦੇ ਉੱਤੇ ਕਿ ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ, ਮਿਸਟਰ ਲੋਣੀ ਅਖਤਰ ਇਹ ਗੱਲ ਕਹਿੰਦਾ ਹੈ ਕਿ ਸਰਕਾਰ ਨੇ ਭਾਵੇਂ ਅੱਤਵਾਦੀ ਕਿਹਾ, ਪਰ ਇੱਕ ਵਾਰ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ, ਕਿਉਂਕਿ ਦਿੱਲੀ ਦੇ ਬਾਦਸ਼ਾਹ ਦੀ ਗੱਲ ਮੈਨੂੰ ਸੱਚੀ ਨਹੀਂ ਜਾਪਦੀ। ਕਹੀ ਬਾਤ ਜਿਉ ਸ਼ਾਹੇ ਸੱਚ ਹੋਗ। ਪਰ ਜੇ ਉਹਦੀ ਕੋਈ ਵੀ ਗੱਲ ਸੱਚੀ ਹੋਈ ਤੇ ਆਪਾਂ ਉਹਦੇ ਤੇ ਵਿਚਾਰ ਵੀ ਕਰਾਂਗੇ। ਪਰੇ ਸ਼ਾਹਿਦੀ ਸਭ ਉਸ ਲੋਗ। ਕਿਉਂਕਿ ਜੇ ਗੱਲ ਸੱਚੀ ਹੋਈ ਤੇ ਲੋਕ ਵੀ ਉਸ ਗੱਲ ਦੀ ਹਾਮੀ ਭਰਨਗੇ। ਜੋ ਸ਼ਾਹ ਹੈ ਝੂਠੇ ਉਚਾਰਾ। ਪਰ ਜੇ ਦਿੱਲੀ ਦੇ ਬਾਦਸ਼ਾਹ ਨੇ ਝੂਠੀਆਂ ਗੱਲਾਂ ਖਾਲਸਿਆਂ ਬਾਰੇ ਕੀਤੀਆਂ ਹਨ, ਸਾਚ ਝੂਠ ਕਰ ਲਿਓ ਨਿਆਰਾ। ਤਾਂ ਇਸ
ਧਰਤੀ ਦੇ ਪੰਜਾਬ ਦੀ ਆਮ ਲੋਕ, ਆਮ ਲੋਕਾਈ, ਆਮ ਪ੍ਰਜਾ ਇਹ ਦੱਸ ਦਵੇਗੀ ਕਿ ਇਹ ਗੱਲ ਝੂਠੀ ਹੈ। ਸੋ ਇਸ ਕਰਕੇ ਸੱਚ ਤੇ ਝੂਠ ਦਾ ਨਤਾਰਾ ਕਰਕੇ ਫਿਰ ਹੀ ਲੰਡਨ ਦੀ ਰਾਣੀ ਨੂੰ ਸਾਰਾ ਇਤਿਹਾਸ ਦੱਸਣਾ ਚਾਹੀਦਾ ਹੈ। ਅਕੇ ਲਿਖਤ ਕੋ ਪ੍ਰਾਤਨ ਲਭਈਆ। ਮਿਸਟਰ ਲੋਣੀ ਅਖਤਰ ਕਹਿੰਦਾ ਕਿਸੇ ਪੁਰਾਤਨ ਬਜ਼ੁਰਗ ਨੂੰ ਲੱਭ ਕੇ ਲਿਆ ਜਿਹਨੂੰ ਖਾਲਸਿਆਂ ਬਾਰੇ ਪਤਾ ਹੋਵੇ, ਪੰਜਾਬ ਦੀ ਧਰਤੀ ਬਾਰੇ ਪਤਾ ਹੋਵੇ। ਕਿਸੇ ਸਿਆਣੇ ਬਜ਼ੁਰਗ ਨੂੰ ਲਿਆ, ਉਹਦੇ ਕੋਲੋਂ ਇਹਨਾਂ ਦਾ ਇਤਿਹਾਸ ਲਿਖਾਉਣਾ ਕਰਦੇ ਹਾਂ ਇਮ ਕਰ ਹਮਰੋ ਮਨ ਪਤਿਆ। ਤਾਂ ਜੋ ਕਿਸੇ ਬਜ਼ੁਰਗ ਦੀ ਗੱਲ ਸੁਣੀਏ, ਫਿਰ ਬਾਦਸ਼ਾਹ ਦੀ ਲਿਖੀ ਹੋਈ ਗੱਲਾਂ ਨੂੰ ਵਾਚੀਏ, ਦੋਵਾਂ ਦੀਆਂ ਗੱਲਾਂ ਨੂੰ ਵੇਖ ਕੇ ਆਪਣੇ ਮਨ ਦੇ ਵਿੱਚ ਵਿਚਾਰ ਕਰੀਏ ਕਿ ਕੀ ਸੱਚਾ ਹੈ ਤੇ ਕੀ ਝੂਠਾ ਹੈ। ਲਿਖਤ ਭੇਜੀਏ ਲੰਦਨ ਸੋ। ਉਹੀ ਲਿਖਤ ਆਪਾਂ ਲੰਡਨ ਵਿੱਚ ਭੇਜਾਂਗੇ ਜਿਹੜੀ ਗੱਲ ਸੱਚੀ ਜਾਪੇਗੀ। ਜਾਂ ਮੈਂ ਝੂਠ ਨਾ ਇੱਕ ਤਿਲ ਹੋ। ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਬ੍ਰਿਟਿਸ਼ ਸਰਕਾਰ ਨੂੰ, ਲੰਡਨ ਦੇ ਬਾਦਸ਼ਾਹ ਨੂੰ, ਲੰਡਨ ਦੇ ਹਾਕਮਾਂ ਨੂੰ ਕੋਈ ਵੀ ਝੂਠੀ ਗੱਲ ਇਹਨਾਂ ਖਾਲਸਿਆਂ ਬਾਰੇ ਲਿਖ ਕੇ ਭੇਜਾਂ। ਖਾਲਸਾ ਜੀ ਸੱਚ ਹੈ, ਕਦੇ ਕਦੇ ਵੈਰੀ, ਕਦੇ ਕਦੇ ਦੁਸ਼ਮਣ ਖਾਲਸਾ ਪੰਥ ਦੀ ਬੁਰਾਈ ਕਰਦਾ, ਖਾਲਸਾ ਪੰਥ ਦੀ ਨਿੰਦਿਆ ਕਰਦਾ। ਪਰ ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਦਾ ਪ੍ਰਤਾਪ ਐਸਾ ਹੈ ਕਿ ਕਈ ਵਾਰ ਵੈਰੀ ਨਿੰਦਿਆ ਵੀ ਕਰਨ ਲੱਗੇ, ਦੁਸ਼ਮਣ ਨਿੰਦਿਆ ਵੀ ਕਰਨ ਲੱਗੇ, ਤਾਂ ਵੀ ਇਹ ਗੱਲ ਨਿੰਦਿਆ ਕਰਦਾ ਕਰਦਾ ਵੀ ਖਾਲਸਾ ਪੰਥ ਦੀਆਂ ਸਿਫਤਾਂ ਕਰ ਜਾਂਦਾ। ਇਹੋ ਕਾਰਨ ਸੀ ਵੀ ਜ਼ਕਰੀਆ ਖਾਨ ਵੀ ਇਹ ਗੱਲ ਕਹਿੰਦਾ ਹੈ ਕਿ ਮਾਰਤ ਇਨਕੋ ਹਮ ਥੱਕ ਗਇਓ। ਮੈਂ ਇਹਨਾਂ ਨੂੰ ਮਾਰਦਾ ਮਾਰਦਾ ਥੱਕ ਗਿਆ, ਪਰ ਮਾਲੂਮ ਨਹਿ ਕਿਤ ਤੇਸੋ ਐ ਹੈ। ਪਤਾ ਨਹੀਂ ਲੱਗਦਾ ਕਿੱਥੋਂ ਜਨਮ ਲੈ ਰਹੇ ਨੇ। ਪਹਿਲੇ ਤੇ ਵੀ ਦੁੱਗਣ ਲੜਾ ਹੈ, ਜਿੰਨਾ ਇਹਨਾਂ ਨੂੰ ਮਾਰਦਾ, ਵੱਢਦਾ, ਖਤਮ ਕਰਦਾ, ਇਹ ਉਤੋਂ ਦੂਣੇ ਹੋ ਕੇ ਫਿਰ ਲੜਾਈ ਕਰਦੇ ਨੇ। ਜ਼ਕਰੀਆ ਖਾਨ ਕਹਿਣ ਲੱਗਾ ਇਹ ਉਦੋਂ ਤੱਕ ਮਰ ਨਹੀਂ ਸਕਦੇ ਜਦੋਂ ਤੱਕ ਇਹ ਬਾਣੀ ਨਾਲ ਜੁੜੇ ਨੇ, ਬਾਣੇ ਨਾਲ ਜੁੜੇ ਨੇ, ਹਰਮੰਦਰ ਸਾਹਿਬ ਦੇ ਸਰੋਵਰ ਨਾਲ ਜੁੜੇ ਨੇ, ਹਰਮੰਦਰ ਸਾਹਿਬ ਦੇ ਕੀਰਤਨ ਨਾਲ ਜੁੜੇ ਨੇ। ਦੁਸ਼ਮਣ ਕਹਿਣ ਲੱਗਾ ਇਹਨਾਂ ਨੂੰ ਬਾਣੀ ਤੇ ਬਾਣੇ ਤੋਂ ਦੂਰ ਕਰ ਦਿਓ, ਹਰਮੰਦਰ ਸਾਹਿਬ ਦੇ ਕੀਰਤਨ ਤੇ ਸਰੋਵਰ ਤੋਂ ਦੂਰ ਕਰ ਦਿਓ, ਇਹ ਮਰ ਮੁੱਕ ਜਾਣਗੇ। ਮੈਂ ਬੇਨਤੀ ਕਰਾਂ, ਇਹ ਕਾਰਨ ਹੈ ਕਿ ਅੱਜ ਸਾਡੇ ਵਿੱਚ ਬਹਿਰੂਪੀਏ ਭੇਜੇ ਜਾਂਦੇ ਨੇ ਜਿਹੜੇ ਗੁਰੂ ਕੀ ਬਖਸ਼ੀ ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿੱਤੇ ਇਸ ਅਕਾਲੀ ਬਾਣੇ ਤੇ ਕਿੰਤੂ ਪਰੰਤੂ ਕਰਦੇ ਨੇ, ਜਿਹੜੇ ਹਰਮੰਦਰ ਸਾਹਿਬ ਦੇ ਸਰੋਵਰਾਂ ਤੇ, ਹਰਮੰਦਰ ਸਾਹਿਬ ਤੇ ਕਿੰਤੂ ਪਰੰਤੂ ਕਰਦੇ ਨੇ। ਦਲੀਲਾਂ ਕੋਈ ਨਹੀਂ, ਬਸ ਕੇਵਲ ਤੇ ਕੇਵਲ ਉਹਨਾਂ ਦੇ ਯਤਨ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਬਾਣੀ ਬਾਣੇ ਤੋਂ ਤੋੜਿਆ ਜਾਵੇ। ਜਦੋਂ ਬਾਣੀ ਬਾਣੇ ਤੋਂ ਟੁੱਟ ਜਾਵੇਗਾ ਤੇ ਸਿੱਖ ਆਪਣੇ ਆਪ ਖਤਮ ਹੋ ਜਾਣਗੇ। ਕਿਉਂਕਿ ਦੋ ਖੰਭ ਨੇ, ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਖਾਲਸਾ ਜੀ ਕਈ ਵਾਰ ਸਾਡੇ ਜੀਵਨ ਵਿੱਚ ਆਪਾਂ ਆਪ ਵੀ ਅਨੁਭਵ ਕਰਾਂਗੇ, ਬਾਣੀ ਪ੍ਰੇਮ ਨਾਲ ਪੜ੍ਹਦੇ ਆਂ, ਪਰ ਮਾਫ ਕਰਨਾ ਕਿਤੇ ਨਾ ਕਿਤੇ ਬਾਣਿਆਂ ਦੀ ਵੰਡੀਆਂ ਜ਼ਰੂਰ ਪਾ ਦਿੰਨੇ ਆ। ਪਰ ਮੈਂ ਇੱਕ ਅਕਸਰ ਬੇਨਤੀ ਕਰਦਾ ਕਿ ਜੋ ਤਨ ਦੇ ਉੱਤੇ ਬਾਣਾ ਗੁਰੂ ਕਾ ਖਾਲਸਾ ਸਜਾਉਂਦਾ ਹੈ, ਕਿਸੇ ਬੰਦੇ ਦਾ ਦਿੱਤਾ ਨਹੀਂ। ਬਾਣਾ ਸਜਾ ਕਰਕੇ ਜਿਹੜਾ ਅਕਾਲੀ ਫੌਜ ਵਿੱਚ ਭਰਤੀ ਹੁੰਦਾ ਹੈ, ਇਹ ਬਾਣਾ ਕਿਸੇ ਬੰਦੇ ਦਾ ਨਹੀਂ, ਬਾਣਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਹੈ। ਇਹ ਬਾਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤਨ ਤੇ ਸਜਾਇਆ ਹੈ ਤੇ ਉਹੀ ਬਾਣਾ ਕਲਗੀਆਂ ਵਾਲੇ ਨੂੰ, ਖਾਲਸੇ ਨੂੰ ਦਿੱਤਾ ਹੈ। ਸੋ ਇਹ ਬਾਣੇ ਦੇ ਨਾਲ ਪ੍ਰੇਮ ਕਰੀਏ। ਜਿਹੜਾ ਬਾਣੀ ਬਾਣੇ ਨਾਲ ਪ੍ਰੇਮ ਕਰਦਾ ਹੈ, ਕਲਗੀਆਂ ਵਾਲੇ ਪਾਤਸ਼ਾਹ ਉਹ ਸਿੱਖ ਨੂੰ ਕਦੇ ਕੱਲਾ ਨਹੀਂ ਛੱਡਦੇ। ਸੋ ਖਾਲਸਾ ਜੀ ਮਿਸਟਰ ਲੋਣੀ ਅਖਤਰ ਕਹਿੰਦਾ ਹੈ ਕਿ ਆਪਾਂ ਸੱਚ ਝੂਠ ਦਾ ਨਤਾਰਾ ਕਰਕੇ ਫਿਰ ਹੀ ਲੰਡਨ ਹਾਕਮਾਂ ਦੇ ਕੋਲ, ਬ੍ਰਿਟਿਸ਼ ਸਰਕਾਰ ਕੋਲ ਇਤਿਹਾਸ ਭੇਜਾਂਗੇ। ਦੋਹਰਾ ਜਿਮ ਸਿੰਘ ਨਰਾਜ ਮੱਲਿਓ, ਸਭ ਭਾਂਤ ਲਿਖਾਇਓ ਸਾਲ। ਮਿਸਟਰ ਲੋਣੀ ਅਖਤਰ ਕਹਿੰਦਾ ਕਿਸ ਤਰ੍ਹਾਂ ਗੁਰੂ ਕਿਆਂ ਖਾਲਸਿਆਂ ਨੇ, ਗੁਰੂ ਕਿਆਂ ਸਿੰਘਾਂ ਨੇ ਰਾਜ ਭਾਗ ਕਾਇਮ ਕੀਤਾ ਹੈ, ਆਪਣਾ ਤਖਤ ਕਾਇਮ ਕੀਤਾ ਹੈ, ਇਹਨਾਂ ਬਾਰੇ ਖੋਜ ਕਰਨੀ ਚਾਹੀਦੀ ਹੈ। ਕਿਉਂਕਿ ਗੁਰੂ ਕਿਆਂ ਖਾਲਸਿਆਂ ਨੇ, ਖਾਲਸਾ ਜੀ ਉਹਨਾਂ ਮੁਗਲ ਹਕੂਮਤਾਂ ਦੇ, ਮੁਗਲ ਹਾਕਮਾਂ ਦੇ ਤਖਤਾਂ ਨੂੰ ਹਿਲਾ ਕਰਕੇ ਆਪਣੇ ਤਖਤ ਕਾਇਮ ਕੀਤੇ ਨੇ। ਇਸੇ ਕਰਕੇ ਗੁਰੂ ਕੇ ਖਾਲਸੇ ਪੰਥ ਦਾ ਇਤਿਹਾਸ ਹਾਮੀ ਭਰਦਾ ਹੈ ਕਿ ਗੁਰੂ ਕਾ ਖਾਲਸਾ ਸਵਾ ਲੱਖ ਹੀ ਹੋਵੇ, ਭਾਵ ਕੱਲਾ ਹੀ ਹੋਵੇ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਤੇ ਇੱਕ ਤਖਤ ਬਣਾਉਣ ਦੀ ਤਾਕਤ ਰੱਖਦਾ ਹੈ।
ਜਹ ਜਹ ਬਹਿ ਜ਼ਮੀਨ ਮਲ, ਤਹ ਤਹ ਤਖਤ ਬਣਾਏ। ਜਿੱਥੇ ਗੁਰੂ ਕਾ ਖਾਲਸਾ, ਗੁਰੂ ਕਾ ਨਿਹੰਗ ਸਿੰਘ ਜ਼ਮੀਨ ਮਲ ਕੇ ਬਹਿ ਜਾਵੇ, ਧਰਤੀ ਤੇ ਬਰਸ਼ਾ ਗੱਡ ਦਵੇ। ਗੁਰੂ ਕੇ ਖਾਲਸੇ ਪੰਥ ਦੀ ਸਰਕਾਰ ਤੇ ਗੁਰੂ ਕੇ ਖਾਲਸੇ ਪੰਥ ਦਾ ਤਖਤ ਉੱਥੇ ਹੀ ਤਿਆਰ ਹੋ ਜਾਂਦਾ ਹੈ। ਸੋ ਮਿਸਟਰ ਲੋਣੀ ਅਖਤਰ ਕਹਿੰਦਾ ਕਿਸ ਤਰ੍ਹਾਂ ਇਹਨਾਂ ਨੇ ਤਖਤ ਕਾਇਮ ਕੀਤੇ, ਰਾਜ ਭਾਗ ਕਾਇਮ ਕੀਤੇ, ਉਸ ਬਾਰੇ ਖੋਜ ਕਰਕੇ ਲਿਖਣਾ ਕਰੀਏ। ਸੁਨ ਝੇੜੋ ਸਭ ਖਾਲਸੈ, ਜਾਣੈ ਜਗ ਹਵਾਲ। ਕਿਉਂਕਿ ਇਨ੍ਹਾਂ ਖਾਲਸਿਆਂ ਬਾਰੇ ਪੰਜਾਬ ਦੀ ਧਰਤੀ ਦੇ ਲੋਕ ਭਲੀ ਭਾਂਤ ਜਾਣਦੇ ਹੋਣਗੇ। ਚੌਪਈ ਮੇਰੀ ਮਰੀ ਹੁਕਮ ਲੈ ਉਦਮ ਕੀਓ। ਸੋ ਮਰੀ ਕਪਤਾਨ ਮਿਸਟਰ ਲੋਣੀ ਦੇ ਹੁਕਮਾਂ ਨੂੰ ਮੰਨਦਾ ਹੋਇਆ ਫਿਰ ਖੋਜ ਭਾਲ ਕਰਦਾ ਕਿਸੇ ਸਿਆਣੇ ਬਜ਼ੁਰਗ ਦੀ। ਬੂਟੇ ਸ਼ਾਹ ਮੌਲਵੀ ਸੱਦ ਲਿਓ। ਲੁਧਿਆਣੇ ਦੀ ਧਰਤੀ ਦੇ ਉੱਤੇ ਇੱਕ ਬੂਟੇ ਸ਼ਾਹ ਮੌਲਵੀ ਹੋਇਆ। ਮਿਸਟਰ ਲੋਣੀ ਅਖਤਰ ਦੇ ਹੁਕਮਾਂ ਦੇ ਨਾਲ ਮਰੀ ਕਪਤਾਨ ਬੂਟੇ ਸ਼ਾਹ ਮੌਲਵੀ ਨੂੰ ਆਪਣੇ ਕੋਲ ਬੁਲਾਉਂਦਾ ਹੈ। ਲਿਖਨ ਕਿਤਾਬ ਉਸੇ ਫਰਮਾਇਓ। ਤੇ ਬੂਟੇ ਸ਼ਾਹ ਮੌਲਵੀ ਨੂੰ ਕਹਿੰਦਾ ਕਿ ਸਿੱਖਾਂ ਬਾਰੇ ਗ੍ਰੰਥ ਲਿਖ, ਕਿਤਾਬ ਲਿਖ, ਸਿੱਖਾਂ ਦਾ ਸਾਰਾ ਇਤਿਹਾਸ ਉਸ ਕਿਤਾਬ ਵਿੱਚ ਲਿਖਣਾ ਕਰ। ਸਿੰਘਨ ਕੀ ਉਤਪਤੀ ਲਿਖਾਇਓ। ਕਿਸ ਤਰ੍ਹਾਂ ਸਿੰਘਾਂ ਦਾ ਜਨਮ ਹੋਇਆ, ਇਹ ਕਿਸ ਤਰ੍ਹਾਂ ਖਾਲਸਾਈ ਫੌਜ ਪ੍ਰਗਟ ਹੋਈ ਹੈ, ਉਸ ਕਿਤਾਬ ਦੇ ਵਿੱਚ ਮੈਨੂੰ ਸਾਰੀ ਖੋਜ ਕਰਕੇ ਲਿਖਣੀ ਦੇ। ਜਿਸ ਹੋਏ ਸੱਚ ਸੋ ਮੈਂ ਲਿਖਿਆ। ਔਰ ਉਹੀ ਗੱਲ ਲਿਖੀ ਜਿਹੜੀ ਸੱਚੀ ਹੋਵੇ। ਇਨ੍ਹਾਂ ਖਾਲਸਿਆਂ ਬਾਰੇ ਕੁਝ ਵੀ ਝੂਠਾ ਨਾ ਲਿਖੀ। ਜਾਂ ਮੈਂ ਝੂਠ ਨ ਕਸ਼ੂਰ ਲੋਇਓ। ਝੂਠ ਆਪਣੇ ਵੱਲੋਂ ਕੁਝ ਰਲਾਈ ਨਾ, ਜੋ ਸੱਚ ਹੈ ਉਹ ਹੂ ਬਹੂ ਲਿਖ ਦਵੀਂ। ਸ਼ਾਹ ਲੰਦਨ ਯਹ ਜਾਵ। ਕਿਉਂਕਿ ਜੋ ਤੂੰ ਲਿਖੇਗਾ ਉਹ ਦਿੱਲੀ ਦੇ ਬਾਦਸ਼ਾਹ ਦੇ ਕੋਲ, ਦਿੱਲੀ ਦੇ ਰਾਣੀ ਦੇ ਕੋਲ ਉਹ ਲਿਖਤ ਜਾਣੀ ਹੈ। ਯਹ ਜਾਵਸ ਸ਼ਾਹ ਲੰਦਨ ਪਾਸ, ਔਰ ਦੀਪਨ ਮੈਂ ਹੋਗ ਪ੍ਰਕਾਸ਼। ਔਰ ਦਿੱਲੀ ਦੇ ਬਾਦਸ਼ਾਹ ਦੇ ਨਾਲ ਨਾਲ ਇਹ ਜੇ ਆਲੇ ਦੁਆਲੇ ਜੋ ਇੰਗਲੈਂਡ ਦੇ ਟਾਪੂ ਨੇ ਜਾਂ ਇੰਗਲੈਂਡ ਦੇ ਆਲੇ ਦੁਆਲੇ ਜੋ ਦੇਸ਼ ਨੇ, ਉਹਨਾਂ ਦੇ ਕੋਲ ਵੀ ਇਹ ਲਿਖਤਾਂ ਜ਼ਰੂਰ ਜਾਣਗੀਆਂ। ਖਾਲਸਾ ਜੀ, ਉਹਨਾਂ ਸਮਿਆਂ ਦੇ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਜੇ ਕਿਸੇ ਕੌਮ ਬਾਰੇ, ਕਿਸੇ ਦੇਸ਼ ਬਾਰੇ ਖੋਜ ਕਰਕੇ ਲੇਖ ਛਾਪੇ ਜਾਂਦੇ ਸਨ ਤੇ ਸਾਰੇ ਦੇਸ਼ਾਂ ਦੇ ਵਿੱਚ ਉਹ ਲੇਖ ਪਹੁੰਚਦੇ ਸਨ, ਸਾਰੇ ਦੇਸ਼ਾਂ ਦੇ ਵਿੱਚ ਉਹ ਲਿਖਤਾਂ ਪਹੁੰਚਦੀਆਂ ਸਨ। ਸੋ ਇਹੋ ਕਾਰਨ ਸੀ ਵੀ ਉਹ ਮਿਸਟਰ ਲੋਣੀ ਅਖਤਰ ਸੱਚ ਲਿਖਣਾ ਚਾਹੁੰਦਾ ਸੀ, ਕਿਉਂਕਿ ਸਾਰੇ ਟਾਪੂਆਂ ਤੇ ਸਾਰੇ ਦੇਸ਼ਾਂ ਦੇ ਵਿੱਚ ਉਹ ਗੱਲ ਪਹੁੰਚਣੀ ਸੀ। ਜੇ ਅੱਜ ਵਿਸ਼ਵ ਭਰ ਦੇ ਵਿੱਚ ਗੁਰੂ ਕੇ ਖਾਲਸੇ ਦੇ ਨਿਸ਼ਾਨ ਝੁਲਦੇ ਨੇ, ਅਜਾਈ ਨਹੀਂ ਝੁਲਦੇ, ਗੱਲੀ ਬਾਤੀ ਨਹੀਂ ਝੁਲਦੇ, ਉਹ ਤਾਂ ਝੁਲਦੇ ਨੇ ਇਹਨਾਂ ਨਿਸ਼ਾਨਾਂ ਦੇ ਹੇਠਾਂ ਸਿੰਘਾਂ ਦਾ ਲਹੂ ਡੁੱਲਿਆ ਹੋਇਆ ਹੈ। ਤੇ ਖਾਲਸਾ ਜੀ, ਇਨ੍ਹਾਂ ਸਿੰਘਾਂ ਦੇ ਲਹੂ ਡੁੱਲਣ ਤੋਂ ਬਾਅਦ ਜਦੋਂ ਸਿੰਘਾਂ ਦੀ ਕੁਰਬਾਨੀਆਂ ਬਾਰੇ ਅੰਗਰੇਜ਼ਾਂ ਨੇ ਖੋਜ ਕੀਤੀ, ਖੋਜ ਕਰਕੇ ਉਹ ਲੇਖ ਫਿਰ ਉਹਨਾਂ ਨੇ ਲਿਖ ਕਰਕੇ ਸਾਰੇ ਦੇਸ਼ਾਂ ਵਿੱਚ ਭੇਜੇ ਹਨ। ਦੋਹਰਾ ਐਸੀ ਐਸ਼ ਤਗੀਦ ਕਰ, ਬੂਟੇ ਸ਼ਾਹ ਸਮਝਾਏ। ਸੋ ਇਸ ਤਰ੍ਹਾਂ ਚੰਗੀ ਤਰ੍ਹਾਂ ਸਮਝਾ ਕਰਕੇ ਬੂਟੇ ਸ਼ਾਹ ਮੌਲਵੀ ਨੂੰ ਹੁਕਮ ਕੀਤਾ ਕਿ ਖਾਲਸੇ ਦਾ ਇਤਿਹਾਸ ਲਿਖ। ਲਿਖਿਓ ਹਕੀਕ ਖਾਲਸੇ, ਜਿਮ ਸਿੰਘਨ ਭਿਓ ਵਧਾਏ। ਕਿਸ ਤਰ੍ਹਾਂ ਗੁਰੂ ਕੇ ਖਾਲਸੇ ਪੰਥ ਦੇ ਵਿੱਚ ਵਾਧਾ ਹੋਈ ਜਾ ਰਿਹਾ, ਇਹ ਸਾਰਾ ਕੁਝ ਹਕੀਕਤ ਲਿਖ ਦੇ। ਚੌਪਈ ਉਸੀ ਕਚਹਿਰੀ ਹਮ ਥੇ ਗਏ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਸ ਕਚਹਿਰੀ ਦੇ ਵਿੱਚ ਬੂਟੇ ਸ਼ਾਹ ਮੌਲਵੀ ਨੂੰ ਮਰੀ ਕਪਤਾਨ ਹੁਕਮ ਦੇ ਰਿਹਾ ਹੈ, ਉਸ ਸਮੇਂ ਮੈਂ ਵੀ ਉਸ ਕਚਹਿਰੀ ਦੇ ਵਿੱਚ ਕਿਸੇ ਕੰਮ ਕਰਕੇ ਮੌਜੂਦ ਸਾਂ। ਸੁਨ ਜੈ ਬਾਤ ਸੋ ਚਿੰਤਨ ਭਏ। ਤੇ ਜਦੋਂ ਮੈਂ ਮਰੀ ਕਪਤਾਨ ਤੇ ਬੂਟੇ ਸ਼ਾਹ ਮੌਲਵੀ ਦੀਆਂ ਗੱਲਾਂ ਸੁਣੀਆਂ, ਕਹਿੰਦੇ ਮੇਰੇ ਮਨ ਦੇ ਵਿੱਚ ਥੋੜੀ ਜਿਹੀ ਚਿੰਤਾ ਬਣ ਆਈ। ਇਹ ਮੌਲਵੀ ਹੈ ਮੁਸਲਮਾਨ, ਕਿ ਇਹ ਜਿਹੜਾ ਬੂਟੇ ਸ਼ਾਹ ਮੌਲਵੀ ਹੈ ਚੱਲਦਾ ਤੇ ਇਹ ਵੀ ਮੁਗਲ ਹਾਕਮਰਾਨਾਂ ਦੇ ਹੁਕਮਾਂ ਦੇ ਵਿੱਚ ਹੈ। ਸੋ ਇਸ ਕਰਕੇ ਸੱਚ ਕਿਵੇਂ ਲਿਖੇਗਾ? ਭਾਈ ਰਤਨ ਸਿੰਘ ਭੰਗੂ ਕਹਿੰਦੇ ਮੇਰੇ ਮਨ ਵਿੱਚ ਚਿੰਤਾ ਬਣ ਆਈ। ਕਬ ਸਿੱਖਨ ਜਸ ਕਰੇ ਬਖਾਨ, ਕਿਉਂਕਿ ਜਿਹੜਾ ਪਹਿਲਾਂ ਹੀ ਸਰਕਾਰੀ ਹੁਕਮਾਂ ਵਿੱਚ ਚੱਲਦਾ ਹੋਵੇ ਖਾਲਸਿਆਂ ਦੀ ਉਸਤਤ ਨਹੀਂ ਕਰ ਸਕਦਾ। ਇਹ ਕਾਰਨ ਅੱਜ ਵੀ ਹੈ, ਜਿਹੜੇ ਲੋਕ ਸਰਕਾਰਾਂ ਦੇ ਹੁਕਮਾਂ ਦੇ ਵਿੱਚ ਚੱਲਦੇ ਨੇ ਉਹ ਖਾਲਸਿਆਂ ਦੀ ਉਸਤਤ ਨਹੀਂ ਕਰਦੇ, ਭਾਵੇਂ ਲਿਬਾਸ ਖਾਲਸਿਆਂ ਵਾਲਾ ਹੀ ਹੋਵੇ।
ਸੋ ਖਾਲਸਿਆਂ ਦੀ ਉਸਤਤ ਉਹੀ ਕਰਦਾ ਜਿਹੜਾ ਹੁਕਮ ਦੇ ਵਿੱਚ ਚੱਲਦਾ ਅਕਾਲ ਪੁਰਖ ਵਾਹਿਗੁਰੂ ਦੇ। ਜਿਹੜਾ ਅਕਾਲ ਦੇ ਹੁਕਮ ਵਿੱਚ ਚੱਲਦਾ ਹੋਵੇ ਉਹੀ ਅਕਾਲ ਪੁਰਖ ਦੀ ਅਕਾਲੀ ਫੌਜ ਦੀ ਉਸਤਤ ਕਰ ਸਕਦਾ ਹੈ ਖਾਲਸਾ ਜੀ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਤਾਂ ਪਹਿਲਾਂ ਹੀ ਮੁਗਲ ਹਕੂਮਤ ਦੇ ਹੁਕਮ ਵਿੱਚ ਚੱਲਦਾ ਸੀ, ਇਹਨੇ ਖਾਲਸਿਆਂ ਦੀ ਉਸਤਤ ਕਿਸ ਤਰ੍ਹਾਂ ਕਰ ਦੇਣੀ ਸੀ। ਕਰ ਗੋਸ਼ਟ ਹਮ ਮਰੀ ਸਮਝਾਏ। ਕਹਿੰਦੇ ਫਿਰ ਮੈਂ ਮਰੀ ਕਪਤਾਨ ਦੇ ਨਾਲ ਜਾ ਕੇ ਗੱਲਬਾਤ ਕੀਤੀ, ਮਰੀ ਕਪਤਾਨ ਨੂੰ ਸਾਰਾ ਕੁਝ ਸਮਝਾਇਆ। ਉਸ ਕਾ ਲਿਖਿਆ ਹਮੇ ਦਿਖਾਇਓ। ਤੇ ਮੈਂ ਕਿਹਾ ਕਿ ਦਿੱਲੀ ਦੇ ਬਾਦਸ਼ਾਹ ਨੇ ਜੋ ਤੁਹਾਨੂੰ ਸਿੱਖਾਂ ਬਾਰੇ ਲਿਖ ਕੇ ਦਿੱਤਾ ਜਰਾ ਮੈਨੂੰ ਵਿਖਾਣਾ ਕਰੋ। ਉਸ ਕੋ ਦੇਖ ਹਮ ਬਾਤ ਉਚਾਰੀ। ਤੇ ਕਹਿੰਦੇ ਜਦੋਂ ਮੈਂ ਦਿੱਲੀ ਦੇ ਬਾਦਸ਼ਾਹ ਦੀ ਲਿਖਤ ਪੜ੍ਹੀ ਸਿੱਖਾਂ ਦੇ ਬਾਰੇ ਤੇ ਮੈਂ ਮਰੀ ਕਪਤਾਨ ਨੂੰ ਫਿਰ ਕੁਝ ਕਹਿਣ ਲੱਗਾ। ਇਨ ਗੱਲ ਖਾਲਸੇ ਕਹੀ ਨਾ ਸਾਰੀ। ਕਿ ਮਰੀ ਕਪਤਾਨ ਨੂੰ ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਜੋ ਦਿੱਲੀ ਦੇ ਬਾਦਸ਼ਾਹ ਨੇ ਤੁਹਾਨੂੰ ਦੱਸਿਆ ਬਿਲਕੁਲ ਝੂਠ ਹੈ। ਇਹਨੇ ਖਾਲਸਾ ਪੰਥ ਬਾਰੇ ਸੱਚ ਨਹੀਂ ਦੱਸਿਆ। ਖਾਲਸਾ ਪੰਥ ਦੇ ਜੋ ਇਤਿਹਾਸ ਦੇ ਸਹੀ ਪਹਿਲੂ ਨੇ ਉਹਨਾਂ ਨੂੰ ਗੌਹਰ ਅਲੀ ਬਹੁਤ ਦੂਰ ਛੱਡ ਆਇਆ ਹੈ। ਦੋਹਰਾ ਸੋ ਮਤੀ ਹਮਾਰੋ ਮਿਤ ਭਿਓ ਮੋਹੇ ਫਿਰ ਕੇ ਹੋ ਬੁਲਵਾਏ। ਸੋ ਭਾਈ ਰਤਨ ਸਿੰਘ ਭੰਗੂ ਜੀ ਜਦੋਂ ਮਰੀ ਕਪਤਾਨ ਨਾਲ ਗੱਲਬਾਤ ਕਰਦੇ ਨੇ ਭਾਈ ਸਾਹਿਬ ਕਹਿੰਦੇ ਮੇਰੀ ਉਹਦੇ ਨਾਲ ਮਿੱਤਰਤਾ ਹੋ ਗਈ ਤੇ ਮੈਂ ਮਰੀ ਕਪਤਾਨ ਦੇ ਨਾਲ ਮਿੱਤਰਤਾ ਕਰਕੇ ਫਿਰ ਉਹਨੂੰ ਸਾਰਾ ਸਮਝਾਉਣਾ ਕੀਤਾ। ਜਿਮ ਉਤਪਤ ਭਈ ਖਾਲਸੇ ਤਿਮ ਤੁਮ ਦੇਹੋ ਲਿਖਾਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਮਰੀ ਕਪਤਾਨ ਨੂੰ ਕਿਹਾ ਕਿ ਖਾਲਸੇ ਦੀ ਉਤਪਤੀ ਕਿਵੇਂ ਹੋਈ ਹੈ, ਖਾਲਸਾ ਪ੍ਰਗਟ ਕਿਵੇਂ ਹੋਇਆ ਹੈ, ਉਹ ਤੈਨੂੰ ਮੈਂ ਦੱਸਣਾ ਕਰਦਾ ਹਾਂ। ਚੁਪਈ ਤੋ ਮੈਂ ਕਹੀ ਸੁਨ ਮਰੀ ਕਪਤਾਨ। ਤਾਂ ਕਹਿੰਦੇ ਮੇਰੀਆਂ ਗੱਲਾਂ ਸੁਣ ਕੇ ਫਿਰ ਮਰੀ ਕਪਤਾਨ ਕਹਿਣ ਲੱਗਾ ਤੁਮ ਪਤੀ ਜਤ ਹੋ ਮੁਸਲਮਾਨ। ਕਹਿਣ ਲੱਗੇ ਮਰੀ ਕਪਤਾਨ ਕਿ ਠੀਕ ਹੈ ਮੈਂ ਇਹਨਾਂ ਦੀਆਂ ਵੀ ਗੱਲਾਂ ਲਿਖਵਾਵਾਂਗਾ ਤੇ ਤੇਰੇ ਕੋਲੋਂ ਵੀ ਗੱਲਾਂ ਲਿਖਵਾਵਾਂਗਾ, ਭਾਵ ਮੁਗਲਾਂ ਦੀ, ਕਿਉਂਕਿ ਉਹਨਾਂ ਨੇ ਸੱਚ ਝੂਠ ਦਾ ਨਤਾਰਾ ਕਰਨਾ ਸੀ। ਪਰ ਮੈਂ ਇੱਕ ਬੇਨਤੀ ਆਪ ਜੀ ਦੇ ਸਨਮੁਖ ਕਰਾਂ ਖਾਲਸਾ ਜੀ। ਵਿਚਾਰ ਕਰਦੇ ਕਰਦੇ ਮੇਰੇ ਮਨ ਵਿੱਚ ਹੁਣ ਫੁਰਨਾ ਆਇਆ ਕਿ ਭਾਈ ਰਤਨ ਸਿੰਘ ਭੰਗੂ ਉਸ ਕਚਹਿਰੀ ਦੇ ਵਿੱਚ ਕਿਸੇ ਕੰਮ ਕਰਕੇ ਗਏ ਹੋਣਗੇ ਤੇ ਉਸ ਕਚਹਿਰੀ ਦੇ ਵਿੱਚ ਮਰੀ ਕਪਤਾਨ ਬੂਟੇ ਸ਼ਾਹ ਮੌਲਵੀ ਨੂੰ ਸਿੱਖਾਂ ਬਾਰੇ ਪੁੱਛ ਰਿਹਾ ਹੋਵੇ ਤੇ ਭਾਈ ਰਤਨ ਸਿੰਘ ਭੰਗੂ ਨੇ ਸ਼ਹੀਦਾਂ ਦੇ ਵਾਰਿਸ, ਜਿਨ੍ਹਾਂ ਦੇ ਨਾਨਕੇ ਵੀ ਸ਼ਹੀਦ, ਜਿਨ੍ਹਾਂ ਦੇ ਦਾਦਕੇ ਵੀ ਸ਼ਹੀਦ, ਖਾਲਸਾ ਜੀ ਜਿਨ੍ਹਾਂ ਦੇ ਪਿਤਾ ਜੀ ਸ਼ਹੀਦ, ਹੁਣ ਜਿਹੜੇ ਸ਼ਹੀਦਾਂ ਦੇ ਵਾਰਿਸ ਨੇ ਭਾਈ ਰਤਨ ਸਿੰਘ ਭੰਗੂ ਜੀ ਨੇ ਜਦੋਂ ਸੁਣਿਆ ਕਿ ਸਿੱਖਾਂ ਬਾਰੇ ਗੱਲ ਹੋ ਰਹੀ ਹੈ ਤੇ ਫਟਾਫਟ ਚੁਕੰਨੇ ਹੋ ਗਏ ਤੇ ਚੁਕੰਨੇ ਹੋਣ ਤੋਂ ਬਾਅਦ ਜਾ ਕੇ ਮਰੀ ਕਪਤਾਨ ਨੂੰ ਫਿਰ ਸਾਰਾ ਇਤਿਹਾਸ ਦੱਸਦੇ ਨੇ, ਲਿਖਾਉਂਦੇ ਨੇ, ਉਹ ਆਪਾਂ ਸਰਵਣ ਕਰਾਂਗੇ। ਪਰ ਵੇਖੋ ਭਾਈ ਰਤਨ ਸਿੰਘ ਭੰਗੂ ਨੇ ਤਾਂ ਲਿਖਵਾਇਆ ਜੇ ਭਾਈ ਰਤਨ ਸਿੰਘ ਭੰਗੂ ਨੂੰ ਇਤਿਹਾਸ ਪਤਾ ਸੀ, ਜੇ ਵੱਡੇ ਵਡੇਰਿਆਂ ਤੋਂ ਗੁਰੂ ਕੀਆਂ ਸਾਖੀਆਂ ਸੁਣੀਆਂ ਸੀ, ਜੇ ਆਪਣੇ ਵੱਡੇ ਵਡੇਰਿਆਂ ਤੋਂ ਸਿੰਘਾਂ ਦੀਆਂ ਕੁਰਬਾਨੀਆਂ ਸੁਣੀਆਂ ਸੀ ਤਾਂ ਲਿਖਵਾਇਆ। ਮੈਂ ਬੇਨਤੀ ਕਰਾਂ ਆਪਣੇ ਨੌਜਵਾਨ ਬੱਚਿਆਂ ਨੂੰ ਜਿੱਥੇ ਸੰਸਾਰਕ ਵਿਦਿਆ ਬਾਰੇ ਦੱਸਦੇ ਆਂ, ਘਰ ਦੇ ਕੰਮਾਂ ਬਾਰੇ ਦੱਸਦੇ ਆਂ, ਇਹ ਦੱਸਦੇ ਆਂ ਕਿ ਬੇਟਾ ਜੇ ਜੀਵਨ ਸੁਖੈਲਾ ਜੀਣਾ ਫਿਰ ਨੌਕਰੀ ਕਰਨੀ ਪਵੇਗੀ, ਪੜ੍ਹਨਾ ਲਿਖਣਾ ਪਵੇਗਾ। ਮੈਂ ਬੇਨਤੀ ਕਰਾਂ ਇਹਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਬਾਬੇ ਨਾਨਕ ਦੀਆਂ ਸਾਖੀਆਂ ਸੁਣਾਈਏ, ਕਲਗੀਆਂ ਵਾਲੇ ਪਾਤਸ਼ਾਹ ਦੇ ਕੌਤਕਾਂ ਬਾਰੇ ਦਸੀਏ, ਆਪਣੀਆਂ ਨੌਜਵਾਨ ਨਸਲਾਂ ਨੂੰ, ਆਪਣੇ ਬੱਚਿਆਂ ਨੂੰ ਦਸੀਏ ਕੌਣ ਸਨ ਅਕਾਲੀ ਬਾਬਾ ਫੂਲਾ ਸਿੰਘ, ਕੌਣ ਸਨ ਬਾਬਾ ਜੱਸਾ ਸਿੰਘ ਆਲੂਵਾਲੀਆ, ਕੌਣ ਸਨ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ, ਉਹਨਾਂ ਜਰਨੈਲਾਂ ਬਾਰੇ ਦਸੀਏ ਜਿਨ੍ਹਾਂ ਨੇ ਬੰਦ ਕਟਵਾਏ, ਕੌਣ ਸਨ ਭਾਈ ਮਨੀ ਸਿੰਘ, ਕੌਣ ਸਨ ਭਾਈ ਤਾਰੂ ਸਿੰਘ। ਇਹਦਾ ਬਹੁਤ ਵੱਡਾ ਲਾਭ ਕੌਮ ਨੂੰ ਹੋਵੇਗਾ ਜਦੋਂ ਕੱਲਾ ਕੱਲਾ ਬੱਚਾ ਇਤਿਹਾਸ ਤੋਂ ਜਾਣੂ ਹੋ ਕਰਕੇ ਕਿਤੇ ਵੀ ਕੰਮ ਕਰੇਗਾ ਜਾਂ ਕਿਤੇ ਪੜ੍ਹਨ ਵਾਸਤੇ ਜਾਵੇਗਾ, ਕਿਸੇ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ, ਸਕੂਲ ਦੇ ਵਿੱਚ, ਖਾਲਸਾ ਜੀ ਫਿਰ ਬੱਚੇ ਨੂੰ ਕਹਿਣਾ ਨਹੀਂ ਪਵੇਗਾ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਜਿਹੜੇ ਬੱਚੇ ਨੂੰ ਆਪਣੇ ਵੱਡੇ ਵਡੇਰਿਆਂ ਦੀ ਕੁਰਬਾਨੀਆਂ ਬਾਰੇ ਪਤਾ ਹੋਵੇਗਾ ਨਾ, ਜੇ ਕਿਸੇ ਕਾਲਜ ਵਿੱਚ, ਯੂਨੀਵਰਸਿਟੀ ਵਿੱਚ ਚਲਿਆ ਜਾਵੇਗਾ ਤੇ ਸੱਚ ਜਾਣਿਓ ਉੱਥੇ ਜਾ ਕੇ ਬਾਬੇ ਦੀ ਸਿੱਖੀ ਨੂੰ ਜ਼ਰੂਰ ਪ੍ਰਚਾਰੇਗਾ, ਕਿਉਂਕਿ ਇਤਿਹਾਸ ਬੜਾ ਮਾਨ ਮੱਤਾ ਹੈ। ਮੈਂ ਬੇਨਤੀ ਕਰਾਂ
ਲੋਕਾਂ ਦਾ, ਦੇਸ਼ਾਂ ਦਾ, ਪੀਰਾਂ ਪੈਗੰਬਰਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ ਕਲਮ ਤੇ ਸਿਆਹੀ ਦੇ ਨਾਲ, ਪਰ ਖਾਲਸਾ ਪੰਥ ਦਾ ਇਤਿਹਾਸ ਕਲਮ ਤੇ ਸਿਆਹੀ ਨਾਲ ਨਹੀਂ ਲਿਖਿਆ। ਖਾਲਸਾ ਜੀ, ਖਾਲਸਾ ਪੰਥ ਦਾ ਇਤਿਹਾਸ ਲਿਖਿਆ ਗਿਆ ਹੈ ਸ਼ਹੀਦਾਂ ਦੇ ਲਹੂ ਦੇ ਨਾਲ। ਖਾਲਸਾ ਪੰਥ ਦਾ ਇਤਿਹਾਸ ਲਿਖਿਆ ਹੈ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਲਹੂ ਦੇ ਨਾਲ, ਭਾਈ ਮਨੀ ਸਿੰਘ ਦੇ ਲਹੂ ਦੇ ਨਾਲ, ਭਾਈ ਤਾਰੂ ਸਿੰਘ ਦੇ ਲਹੂ ਦੇ ਨਾਲ। ਸੋ ਜਿਹੜਾ ਇਤਿਹਾਸ ਲਹੂ ਦੇ ਨਾਲ ਲਿਖਿਆ ਗਿਆ ਹੋਵੇ, ਉਸ ਇਤਿਹਾਸ ਨੂੰ ਹਿਰਦੇ ਵਿੱਚ ਜ਼ਰੂਰ ਵਸਾਉਣਾ ਚਾਹੀਦਾ ਹੈ। ਤੁਰਕਨ ਹਿੰਦੂਨ ਇਹ ਆਦ। ਮਿਸਟਰ ਲੋਨੀ ਅਖਤਰ ਦੇ ਹੁਕਮਾਂ ਦੇ ਨਾਲ ਜਦੋਂ ਉਹ ਲਿਖਾਉਣੀ ਕਰਦਾ ਹੈ ਤੇ ਉਹ ਇੱਕ ਗੱਲ ਇਹ ਵੀ ਕਹਿੰਦਾ ਕਿ ਤੁਰਕਾਂ ਦਾ ਤੇ ਹਿੰਦੂਆਂ ਦਾ ਸ਼ੁਰੂ ਤੋਂ ਵਾਦ ਵਿਵਾਦ ਚੱਲਦਾ ਆ ਰਿਹਾ ਹੈ। ਕਹਾ ਖਹੀ ਕਰ ਰੱਖੇ ਬਾਦ। ਸੋ ਇਸ ਕਰਕੇ ਇਹਨਾਂ ਦੇ ਵਾਦ ਵਿਵਾਦ ਨੂੰ ਇੱਕ ਪਾਸੇ ਰੱਖ ਕੇ ਖਾਲਸਾ ਪੰਥ ਤੇ ਖੋਜ ਕਰਨੀ ਚਾਹੀਦੀ ਹੈ, ਕਿਉਂਕਿ ਖਾਲਸਾ ਪੰਥ ਕਿਸੇ ਮਜ਼ਹਬ ਦੇ ਨਾਲ ਵੈਰ ਵਿਤਕਰਾ ਨਹੀਂ ਕਰਦਾ, ਪਰ ਇਹ ਸੱਚ ਹੈ ਕਿ ਖਾਲਸਾ ਪੰਥ ਕਿਸੇ ਧਰਮ ਦਾ ਹਿੱਸਾ ਨਹੀਂ, ਬਲਕਿ ਖਾਲਸਾ ਪੰਥ ਆਪਣੇ ਆਪ ਵਿੱਚ ਆਜ਼ਾਦ ਹਸਤੀ ਦਾ ਮਾਲਕ ਹੈ। ਖਾਲਸਾ ਪੰਥ ਆਪਣੇ ਆਪ ਦੇ ਵਿੱਚ ਇੱਕ ਨਿਆਰਾ ਪੰਥ ਹੈ, ਇੱਕ ਵਿਲੱਖਣ ਪੰਥ ਹੈ। ਹਿੰਦੂਨ ਕੀ ਤੁਰਕ ਖੋਟ ਕਹੈ। ਹਿੰਦੂਆਂ ਬਾਰੇ ਤੁਰਕ ਬੋਲਦੇ ਨੇ, ਤੁਰਕਾਂ ਬਾਰੇ ਹਿੰਦੂ ਕੂੜ ਬੋਲਦੇ ਹਨ। ਹਿੰਦੂ ਤੁਰਕਨ ਨਿੰਦਤ ਰਹੇ। ਇਹ ਦੋਵੇਂ ਮਜ਼ਹਬ ਆਪਸ ਵਿੱਚ ਇੱਕ ਦੂਜੇ ਨੂੰ ਨਿੰਦਦੇ ਨੇ, ਪਰ ਅਸੀਂ ਖੋਜ ਕੇਵਲ ਖਾਲਸਿਆਂ ਬਾਰੇ ਕਰਨੀ ਹੈ। ਤਬ ਮਾਲੀ ਕਪਤਾਨ ਬਖਾਨੀ। ਤਾਂ ਮਰੀ ਕਪਤਾਨ ਹੁਣ ਦੁਬਾਰਾ ਵਚਨ ਕਰਨ ਲੱਗਾ। ਹਮ ਅੰਗਰੇਜ਼ ਹੈ ਚਤਰ ਗਿਆਨੀ। ਮਰੀ ਕਪਤਾਨ ਕਹਿੰਦਾ ਕਿ ਭਾਵੇਂ ਦਿੱਲੀ ਦੇ ਬਾਦਸ਼ਾਹ ਨੇ ਝੂਠ ਬੋਲਿਆ, ਪਰ ਅਸੀਂ ਜਿਹੜੇ ਅੰਗਰੇਜ਼ ਲੋਕ ਆ, ਅਸੀਂ ਪਾਗਲ ਮੂਰਖ ਨਹੀਂ। ਜਿਨ੍ਹਾਂ ਨੇ ਖਾਲਸਾ ਜੀ ਇੰਨੇ ਦੇਸ਼ਾਂ ਤੇ ਰਾਜ ਕੀਤਾ ਹੋਵੇ, ਉਹ ਮੂਰਖ ਨਹੀਂ ਹੁੰਦੇ, ਵਿਦਵਾਨ ਸਨ, ਪੜ੍ਹੇ ਲਿਖੇ ਸਨ। ਕਿਸੇ ਦੇਸ਼ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਉਸ ਦੇਸ਼ ਬਾਰੇ, ਦੇਸ਼ ਦੀਆਂ ਫੌਜਾਂ ਬਾਰੇ, ਹਥਿਆਰਾਂ ਬਾਰੇ, ਉਸ ਦੇਸ਼ ਦੀਆਂ ਕੌਮਾਂ ਬਾਰੇ ਖੋਜ ਕਰਕੇ ਫਿਰ ਹਮਲਾ ਕਰਦੇ ਸਨ। ਸੋ ਮਰੀ ਕਪਤਾਨ ਕਹਿੰਦਾ ਕਿ ਭਾਵੇਂ ਦਿੱਲੀ ਦੇ ਬਾਦਸ਼ਾਹ ਨੇ ਜੋ ਲਿਖਾਇਆ ਉਹ ਝੂਠ ਹੈ, ਪਰ ਅਸੀਂ ਵੀ ਸਿਆਣੇ ਆ, ਸਾਨੂੰ ਵੀ ਸੱਚ ਝੂਠ ਦਾ ਪਤਾ ਲੱਗ ਜਾਂਦਾ ਹੈ। ਸੱਚ ਝੂਠ ਹਮ ਖੂਬ ਵਿਚਾਰੇ ਹੈ। ਕਿਉਂਕਿ ਜਦੋਂ ਸਮਾਜ ਵਿੱਚ ਵਿਚਰਦੇ ਆ ਤੇ ਸਮਾਜ ਦੇ ਲੋਕਾਂ ਦੇ ਢੰਗਾਂ ਨੂੰ ਵੇਖ ਕੇ, ਲੋਕਾਂ ਦੇ ਵਿਚਰਨ ਦੇ ਢੰਗ ਨੂੰ ਵੇਖ ਕੇ, ਕੌਮਾਂ ਦੀ ਮਰਿਆਦਾ ਨੂੰ ਵੇਖ ਕੇ ਸੱਚ ਝੂਠ ਦਾ ਨਿਤਾਰਾ ਹੋ ਜਾਂਦਾ ਹੈ। ਦੂਧ ਨੀਰ ਜਿਮ ਹੰਸ ਨਿਹਾਰੇ। ਜਿਸ ਤਰ੍ਹਾਂ ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ, ਮਰੀ ਕਪਤਾਨ ਕਹਿੰਦਾ ਮੈਨੂੰ ਇਤਿਹਾਸ ਵੀ ਇਸ ਤਰ੍ਹਾਂ ਚਾਹੀਦਾ, ਸੱਚ ਝੂਠ ਵੱਖੋ ਵੱਖਰਾ ਹੋਵੇ। ਬਿਸ਼ਕ ਲਿਖਾਵੇ ਸੱਚ ਹਮ ਪਾਹੇ। ਉਹੀ ਲਿਖਾਓ ਜੋ ਸੱਚ ਹੋਵੇ, ਉਹੀ ਅਸੀਂ ਲੰਡਨ ਦੇਸ਼ ਵਿੱਚ ਭੇਜਾਂਗੇ। ਝੂਠ ਹੋਏ ਹਮ ਲਿਖੇ ਨਵਾਹੇ। ਕਿਉਂਕਿ ਜੇ ਕੁਝ ਵੀ ਝੂਠ ਹੋਇਆ ਤੇ ਅਸੀਂ ਉਹ ਲਿਖਤ ਕਦੇ ਵੀ ਲੰਡਨ ਵਿੱਚ ਭੇਜ ਨਹੀਂ ਸਕਦੇ। ਅੰਗਰੇਜ਼ ਲੋਕ ਜੇ ਪਰ ਭੂਮ ਜਾਵਤ। ਕਿਉਂਕਿ ਇਹ ਜੋ ਲਿਖਤ ਹੋਵੇਗੀ ਅੰਗਰੇਜ਼ ਲੋਕਾਂ ਦੀ ਭੂਮ ਤੋਂ ਭਾਵ ਧਰਤੀ ਤੇ ਇਹ ਲਿਖਤ ਪਹੁੰਚੇਗੀ ਤੇ ਲੋਕ ਇਹਨੂੰ ਪੜ੍ਹਨਗੇ। ਇਸੇ ਹਵਾਲ ਸਭੀ ਲਿਖ ਲਿਆਵਤ। ਸੋ ਇਸ ਕਰਕੇ ਮੈਂ ਤੁਹਾਡੇ ਹਵਾਲੇ ਇਹ ਜ਼ਿੰਮੇਵਾਰੀ ਕਰਦਾ, ਭਾਈ ਰਤਨ ਸਿੰਘ ਭੰਗੂ ਜੀ ਨੂੰ ਕਿਹਾ ਕਿ ਤੁਸੀਂ ਸਿੱਖਾਂ ਬਾਰੇ ਹੁਣ ਦੱਸਣਾ ਕਰੋ। ਜੋ ਹੋਤ ਹੈ ਸਾਚ ਸਭ ਖਾਸ। ਜੋ ਕੁਝ ਖਾਸ ਗੱਲਾਂ ਗੁਰੂ ਕੇ ਖਾਲਸੇ ਪੰਥ ਬਾਰੇ ਹੈ, ਸਾਰੀਆਂ ਲਿਖ ਦੇਣੀਆਂ ਕਰੋ। ਸੋ ਪਜਾਵਿਤ ਪਤ ਲੰਦਨ ਪਾਸ। ਤੁਹਾਡੀਆਂ ਲਿਖਤਾਂ ਹੀ ਲੰਡਨ ਦੇ ਬਾਦਸ਼ਾਹ ਕੋਲ ਭੇਜੀਆਂ ਜਾਣਗੀਆਂ। दोहरा तो माली ने हम कहो इतनी बात बताओ। ਤਾਂ ਮਰੀ ਕਪਤਾਨ ਨੂੰ ਭਾਈ ਰਤਨ ਸਿੰਘ ਭੰਗੂ ਇਹ ਦੋਵੇਂ ਆਪਸ ਦੇ ਵਿੱਚ ਵਿਚਾਰ ਚਰਚਾ ਕਰਨ ਲੱਗੇ। ਸਿੰਘਨ ਪਾਇਓ ਰਾਜ ਕਿਮ ਓ ਦੀਨੋ ਕਿਨ ਪਾਤਸ਼ਾਹ। ਸਭ ਤੋਂ ਪਹਿਲਾ ਸਵਾਲ ਮਰੀ ਕਪਤਾਨ ਨੇ ਕੀਤਾ ਕਿ ਇਹਨਾਂ ਸਿੰਘਾਂ ਨੂੰ ਰਾਜ ਭਾਗ ਕਿਸ ਨੇ ਦਿੱਤਾ ਹੈ। ਚੌਪਈ ਤਿਸੇ ਬਾਤ ਮੈਂ ਐਸੇ ਕਹੀ। ਤਾਂ ਭਾਈ ਰਤਨ ਸਿੰਘ ਭੰਗੂ ਮਰੀ ਕਪਤਾਨ ਨੂੰ ਦੱਸਣ ਲੱਗੇ। ਸਿੰਘਨ ਪਾਤਸ਼ਾਹੀ ਸ਼ਾਹ ਸੱਚੇ ਦਈ। ਕਹਿੰਦੇ ਸਿੰਘਾਂ ਨੂੰ ਪਾਤਸ਼ਾਹੀ ਸੰਸਾਰ ਦੇ ਝੂਠੇ ਬਾਦਸ਼ਾਹਾਂ ਨੇ ਨਹੀਂ ਦਿੱਤੀਆਂ, ਇਹਨਾਂ ਗੁਰੂ ਕੇ ਖਾਲਸਿਆਂ ਨੂੰ ਪਾਤਸ਼ਾਹੀਆਂ ਦਿੱਤੀਆਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। इन गरीब सिखन को
ਦਊ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਮੈਂ ਬੇਨਤੀ ਕਰਾਂ ਇੱਥੋਂ ਇੱਕ ਸੇਧ ਲੈਣੀ ਚਾਹੀਦੀ ਹੈ। ਅੱਜ ਕਈ ਵਾਰ ਖਾਲਸੇ ਰਾਜ ਦੀਆਂ ਗੱਲਾਂ ਕਰਨ ਵੇਲੇ ਸਰਕਾਰਾਂ ਤੋਂ ਰਾਜ ਮੰਗਦੇ ਨੇ। ਖਾਲਸਾ ਜੀ, ਖਾਲਸਾ ਪੰਥ ਰਾਜ ਦਾ ਮੰਗਤਾ ਨਹੀਂ। ਖਾਲਸਾ ਸੱਚਮੁੱਚ ਖਾਲਸਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਸਰਬਲੋ ਗ੍ਰੰਥ ਚ ਕਹਿੰਦੇ, ਹੋ ਖਾਲਸਾ ਤੂੰ ਲੈ ਪਾਤਸ਼ਾਹੀ, ਤੂੰ ਖਾਲਸਾ ਬਣ ਜਾ, ਤੈਨੂੰ ਰਾਜ ਮੰਗਣ ਦੀ ਲੋੜ ਨਹੀਂ, ਰਾਜ ਤੇਰੇ ਕਦਮ ਚੁੰਮਿਆ ਕਰਨਗੇ। ਖਾਲਸਾ ਪੰਥ ਰਾਜ ਮੰਗਣ ਵਾਲਾ ਨਹੀਂ, ਰਾਜ ਵੰਡਣ ਵਾਲਾ ਜ਼ਰੂਰ ਹੈ। ਕਿਉਂਕਿ ਖਾਲਸੇ ਪੰਥ ਦਾ ਰਾਜ ਚੌਹਾਂ ਦਿਸ਼ਾ ਤੇ ਹੈ, ਚੌਹਾਂ ਕੁੰਟਾਂ ਤੇ ਹੈ ਤੇ ਖਾਲਸੇ ਪੰਥ ਨੂੰ ਰਾਜ ਭਾਗ ਦਿੱਤਾ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ। ਖਾਲਸਾ ਪੰਥ ਸੰਸਾਰ ਦੇ ਝੂਠੇ ਬਾਦਸ਼ਾਹਾਂ ਤੋਂ ਰਾਜ ਨਹੀਂ ਮੰਗਦਾ, ਝੂਠੇ ਬਾਦਸ਼ਾਹਾਂ ਤੋਂ ਤਖਤ ਨਹੀਂ ਮੰਗਦਾ, ਕਿਉਂਕਿ ਖਾਲਸੇ ਪੰਥ ਕੋਲ ਆਪ ਦਾ ਚੱਲਦਾ ਵਹੀਰ ਦਾ ਤਖਤ ਹੈ, ਜਿਹੜਾ ਤਖਤ ਕਲਗੀਆਂ ਵਾਲੇ ਪਾਤਸ਼ਾਹ ਨੇ ਝੋਲੀ ਵਿੱਚ ਪਾਇਆ ਹੈ। ਮਰੀ ਕਹੇ ਸ਼ਾਹ ਸੱਚੋ ਕੋਏ। ਤਾਂ ਮਰੀ ਕਪਤਾਨ ਕਹਿਣ ਲੱਗਾ ਕਿ ਇਹ ਸੱਚੇ ਪਾਤਸ਼ਾਹ ਜਿਹਦੇ ਬਾਰੇ ਤੂੰ ਗੱਲ ਕਰ ਰਿਹਾ ਇਹ ਕੌਣ ਹੈ? ਅਸਾਂ ਕਹੇ ਸ਼ਾਹ ਨਾਨਕ ਜੋਏ। ਤਾਂ ਭਾਈ ਰਤਨ ਸਿੰਘ ਭੰਗੂ ਕਹਿਣ ਲੱਗੇ ਸੱਚੇ ਪਾਤਸ਼ਾਹ ਨੇ ਪੀਰਾਂ ਦੇ ਪੀਰ, ਗੁਰਾਂ ਦੇ ਗੁਰੂ, ਸਰਕਾਰੇ ਕੁਲ ਆਲਮ, ਖੁਦ ਖੁਦਾ, ਆਪ ਨਰਾਇਣ ਕਲਾ ਧਾਰ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਨਾਮ ਦੀ ਜੈ ਜੈਕਾਰ ਤਿੰਨੇ ਲੋਕਾਂ ਵਿੱਚ ਹੋ ਰਹੀ ਹੈ, ਉਹ ਨੇ ਸੱਚੇ ਪਾਤਸ਼ਾਹ। ਮਰੀ ਕਹੇ ਭਿਓ ਨਾਨਕ ਫਕੀਰ। ਤਾਂ ਮਰੀ ਕਪਤਾਨ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਬਾਰੇ ਤਾਂ ਸਾਰੇ ਹੀ ਜਾਣਦੇ ਨੇ, ਉਹ ਤਾਂ ਫਕੀਰ ਲੋਕ ਨੇ। ਉਨ ਸ਼ਾਹੀ ਕੀ ਕਿਆ ਤਤਬੀਰ। ਤੇ ਗੁਰੂ ਨਾਨਕ ਸਾਹਿਬ ਤਾਂ ਫਕੀਰ ਨੇ, ਉਹ ਪਾਤਸ਼ਾਹੀ ਕਿਵੇਂ ਵੰਡ ਸਕਦੇ ਨੇ? ਫਕੀਰਾਂ ਕੋਲ ਪਾਤਸ਼ਾਹੀਆਂ ਨਹੀਂ ਹੁੰਦੀਆਂ। ਹਮੇ ਕਿਉ ਵੈ ਸ਼ਾਹਨਸ਼ਾਹ। ਤਾਂ ਭਾਈ ਰਤਨ ਸਿੰਘ ਭੰਗੂ ਕਹਿਣ ਲੱਗੇ ਸਾਡਾ ਬਾਬਾ ਨਾਨਕ ਫਕੀਰ ਨਹੀਂ ਜਿਹੜਾ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲਿਆ ਜਾਂਦਾ ਹੈ। ਸਾਡਾ ਸੱਚਾ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਹੈ, ਉਹ ਰਾਜਾ ਵੀ ਹੈ, ਉਹ ਜੋਗੀ ਵੀ ਹੈ, ਉਹ ਸੰਤ ਵੀ ਹੈ, ਸਿਪਾਹੀ ਵੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਉਹਨਾਂ ਨੇ ਸਾਨੂੰ ਸ਼ਾਹ ਬਣਾਇਆ ਹੈ। ਦੀਨ ਦੁਨੀ ਸੱਚੋ ਪਾਤਸ਼ਾਹ। ਉਹੀ ਦੀਨ ਦੁਨੀ ਦਾ ਮਾਲਕ ਹੈ ਜਿਨੇ ਸਿੱਖਾਂ ਨੂੰ ਪਾਤਸ਼ਾਹੀਆਂ ਦਿੱਤੀਆਂ ਹਨ। ਕਈ ਸ਼ਾਹ ਤਿਨ ਕੀਏ ਫਕੀਰ। ਤਾਂ ਭਾਈ ਰਤਨ ਸਿੰਘ ਭੰਗੂ ਕਹਿਣ ਲੱਗੇ ਤੂੰ ਫਕੀਰ ਕਹਿ ਰਿਹਾ, ਪਰ ਚੇਤੇ ਰੱਖੀ ਜਿਨੇ ਉਸ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਵੱਡੇ ਵੱਡੇ ਬਾਦਸ਼ਾਹ ਗੁਰੂ ਨਾਨਕ ਦੀਆਂ ਗੱਲਾਂ ਸੁਣ ਕੇ ਫਕੀਰ ਬਣ ਗਏ। ਕਈ ਫਕੀਰ ਕਰ ਦੀਨੇ ਪੀਰ। ਤੇ ਜਿਹੜੇ ਫਕੀਰ ਘਰ ਛੱਡ ਕੇ ਜੰਗਲਾਂ ਵਿੱਚ ਗਏ ਸੀ, ਰੱਬ ਦੀ ਪ੍ਰਾਪਤੀ ਨਹੀਂ ਸੀ ਹੋਈ, ਜਦੋਂ ਗੁਰੂ ਨਾਨਕ ਦੇ ਦੀਦਾਰੇ ਕੀਤੇ ਉਹਨਾਂ ਪੀਰਾਂ ਨੂੰ, ਉਹਨਾਂ ਫਕੀਰਾਂ ਨੂੰ ਮੰਜ਼ਲ ਮਿਲ ਗਈ, ਰੱਬ ਦੀ ਪ੍ਰਾਪਤੀ ਹੋ ਗਈ। ਅਰੇ ਹੋ ਆਪ ਹੋਏ ਬੇਪਰਵਾਹ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖੁਦ ਬੇਪਰਵਾਹ ਸਰਕਾਰ ਹੈ, ਸੰਸਾਰ ਦੇ ਬਾਦਸ਼ਾਹਾਂ ਦੀ ਪਰਵਾਹ ਨਹੀਂ ਕਰਦੇ, ਬਾਬਰ ਨੂੰ ਜ਼ਾਬਰ ਕਹਿਣ ਦੀ ਜੁਰਤ ਰੱਖਦੇ ਹਨ। ਯੋ ਨਾਨਕ ਭਿਓ ਸ਼ਾਹਨਸ਼ਾਹ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੇ ਤਖਤੇ ਦੇ ਉੱਤੇ ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਹੋਏ ਨੇ ਜਿਨ੍ਹਾਂ ਪਾਤਸ਼ਾਹੀ ਦਿੱਤੀ ਹੈ। ਜਿਨ ਸ਼ਾਹ ਨਾਨਕ ਚਰਨ ਪਸਾਏ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਰਸੇ। ਤਿਨ ਮੈਂ ਸ਼ਕਤ ਇਤੀ ਹੈ ਭਈ ਆਏ। ਬਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਸੰਸਾਰ ਦੀਆਂ ਸਾਰੀਆਂ ਤਾਕਤਾਂ ਝੋਲੀ ਵਿੱਚ ਪੈ ਗਈਆਂ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵੇਲੇ ਚੇਤੇ ਰੱਖੀਏ ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮੱਥਾ ਟੇਕਦੇ ਆ ਕਾਹਲੀ ਨਾ ਕਰਿਆ ਕਰੀਏ। ਇਹ ਸਤਿਗੁਰਾਂ ਦੇ ਚਰਨ ਪਰਸਨ ਦਾ ਬੜਾ ਸੁਭਾਗਿਆ ਭਰਾ ਸਮਾਂ ਹੁੰਦਾ ਹੈ। ਭਾਵਨਾ ਦੇ ਨਾਲ, ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਿਓ, ਸੱਚਮੁੱਚ ਰੋਮ ਰੋਮ ਖਿੜ ਜਾਵੇਗਾ, ਉਹ ਤਾਕਤ ਆ ਜਾਵੇਗੀ ਜਿਹੜੀ ਤਾਕਤ ਫਿਰ ਸੀਸ ਤਲੀ ਤੇ ਧਰ ਕੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੌਤ ਨੂੰ ਲਲਕਾਰਨ ਦੀ ਜੁਰਤ ਦੇ ਦਿੰਦੀ ਹੈ। ਸੋ ਸਤਿਗੁਰੂ ਕਿਰਪਾ ਕਰਨ। ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਦੀਆਂ ਬਾਤਾਂ ਨੇ ਖਾਲਸਾ ਜੀ। ਆਓ ਅੱਗੇ ਸਰਵਣ ਕਰਦੇ ਹਾਂ। ਚਿੜੀਆਂ ਤੇ ਉਨ ਬਾਜ ਕੁਹਾਏ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ, ਭਾਵੇਂ ਪਹਿਲਾਂ ਚਿੜੀਆਂ ਵਰਗੇ ਸਨ
ਪਰ ਖੰਡੇ ਬਾਟੇ ਦੀ ਪੋਲ ਲੈ ਕਰਕੇ ਬਾਜਾਂ ਵਰਗੀ ਤਾਕਤ ਦੇ ਮਾਲਕ ਹੋ ਗਏ ਛੇਲਨ ਕੋਲੋਂ ਸ਼ੇਰ ਤੁੜਾਏ ਤੇ ਭੇਡਾਂ ਬੱਕਰੀਆਂ ਤੋਂ ਫਿਰ ਉਹ ਬੱਬਰ ਸ਼ੇਰ ਬਣ ਗਏ ਤੇ ਜਿਹੜੇ ਕਾਗਜੀ ਬੱਬਰ ਸ਼ੇਰ ਬਣ ਕੇ ਸੰਸਾਰ ਦੀ ਪ੍ਰਜਾ ਨੂੰ ਦੁਖੀ ਕਰਦੇ ਸੀ, ਜ਼ੁਲਮ ਕਰਦੇ ਸੀ, ਉਹਨਾਂ ਕਾਗਜੀ ਬੱਬਰ ਸ਼ੇਰਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਕਾਲੀ ਬੱਬਰ ਸ਼ੇਰਾਂ ਨੇ ਭਾਜੜਾਂ ਪਾ ਦਿੱਤੀਆਂ। ਸੋ ਖਾਲਸਾ ਜੀ, ਅੱਜ ਦੇ ਪ੍ਰਸੰਗ ਵਿੱਚ ਸਰਵਣ ਕੀਤਾ ਕਿ ਕਿਸ ਤਰ੍ਹਾਂ ਮਰੀ ਕਪਤਾਨ ਦੀ ਭਾਈ ਰਤਨ ਸਿੰਘ ਭੰਗੂ ਨਾਲ ਮੁਲਾਕਾਤ ਹੁੰਦੀ ਹੈ। ਕੱਲ ਦੇ ਦਿਨ ਵਿੱਚ ਸਰਵਣ ਕਰਾਂਗੇ ਕਿਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਖਾਲਸਾ ਪੰਥ ਬਾਰੇ ਦੱਸਦੇ ਨੇ ਤੇ ਖਾਲਸਾ ਪੰਥ ਦੀ ਮਰਿਆਦਾ ਬਾਰੇ ਦੱਸਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਦੱਸਦੇ ਨੇ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਸਤਿਗੁਰਾਂ ਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪੰਥ ਦਾ ਇਤਿਹਾਸ ਬੜਾ ਗੌਰਵਮਈ ਹੈ, ਸੰਸਾਰ ਦੀ ਰਸਨਾ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਅਲੌਕਿਕ ਇਤਿਹਾਸ ਹੈ, ਲੌਕਿਕ ਬੋਲੀ ਵਿੱਚ ਦੱਸਿਆ ਨਹੀਂ ਜਾ ਸਕਦਾ। ਅਰਦਾਸ ਕਰੀਏ ਜੋ ਰੋਜ਼ ਸੁਣਦੇ ਆ ਸੁਣਾਉਂਦੇ ਆ ਆਪਾਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ। ਸੋ ਆਓ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਖਿਮਾ ਦੇ ਜਾਚਕ ਹੋਈਏ ਤੇ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਦਿਨਾਂ ਦੇ ਵਿੱਚ ਇਤਿਹਾਸ ਦੀ ਕਥਾ ਦੇ ਵਿੱਚ ਹਾਜ਼ਰੀਆਂ ਭਰੀਏ। ਇਤਿਹਾਸ ਬਾਰੇ ਪਤਾ ਹੋਵੇਗਾ ਤੇ ਵਿਸ਼ਵ ਭਰ ਦੇ ਵਿੱਚ ਕਿਸੇ ਵੀ ਦੇਸ਼ ਵਿੱਚ ਵਿਚਰਾਂਗੇ ਤੇ ਸੱਚ ਜਾਣਿਓ ਕਲਗੀਆਂ ਵਾਲੇ ਨੂੰ ਆਪਣੇ ਨਾਲ ਹਰ ਸਮੇਂ ਅੰਗ ਸੰਗ ਜਾਣੋਗੇ, ਅੰਗ ਸੰਗ ਮਹਿਸੂਸ ਕਰੋਗੇ। ਤੇ ਇੱਕ ਹੋਰ ਬੇਨਤੀ ਹੈ, ਕਥਾ ਦੀ ਆਰੰਭਤਾ ਵੇਲੇ ਜਦੋਂ ਮੰਗਲਾ ਚਰਨ ਪੜ੍ਹਿਆ ਜਾਂਦਾ ਹੈ, ਸ਼੍ਰੀ ਗੁਰੂ ਨਾਨਕ ਪਗ ਪੰਕਜ ਬੰਦਨ, ਇਹ ਵਾਲੇ ਮੰਗਲਾ ਚਰਨ ਨੂੰ ਯਤਨ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ ਨਾਲ ਨਾਲ ਜਪਣ ਦੀ, ਨਾਲ ਨਾਲ ਪੜ੍ਹਨ ਦੀ। ਔਰ ਜੋ ਅਖੀਰ ਦੇ ਸਮੇਂ ਸਮਾਪਤੀ ਸਮੇਂ ਸ਼ਬਦ ਦਾ ਜਾਪ ਕੀਤਾ ਜਾਂਦਾ ਹੈ, ਇਸ ਸ਼ਬਦ ਦੇ ਜਾਪ ਦੇ ਵਿੱਚ ਵੀ ਗੱਜ ਕੇ ਪੜ੍ਹਿਆ ਕਰੋ। ਜਿੰਨਾ ਗੱਜ ਕੇ ਪੜਾਂਗੇ ਓਨੀ ਵੱਧ ਗੁਰੂ ਕਲਗੀਆਂ ਵਾਲੇ ਦੀ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ। ਆਓ ਸਾਰੇ ਪੜੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ, ਹੇ ਠਾਕੁਰ ਹਉ ਦਾਸੁਰੂ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਆਪ ਸੰਗਤਾਂ ਨੂੰ ਬੜੇ ਹੀ ਪਿਆਰ ਦੇ ਨਾਲ ਪੰਥ ਦੇ ਪ੍ਰਸਿੱਧ ਦੀਵਾਨ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਆਪ ਸੰਗਤਾਂ ਨੂੰ ਪੰਥ ਪ੍ਰਕਾਸ਼ ਦੀ ਕਥਾ ਸੁਣਨ ਕਰਾ ਰਹੇ ਸਨ। ਗਿਆਨੀ ਜੀ ਦਾ ਪ੍ਰਬੰਧ ਵੱਲੋਂ ਧੰਨਵਾਦ ਕੀਤਾ ਜਾਂਦਾ। ਕੱਲ੍ਹ ਨੂੰ ਫੇਰ ਆਪ ਜੀ ਨੂੰ ਇਸੇ ਟਾਈਮ 'ਤੇ ਕਥਾ ਦੁਆਰਾ ਨਿਹਾਲ ਕਰਨ ਕੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹੀ ਪ੍ਰਾਪਤ ਕਰਿਆ ਕਰੋ। ਆਓ ਸਤਿਸੰਗ ਜੀ, ਆਪ ਸੰਗਤਾਂ ਨੂੰ ਭਾਈ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਕੈਂਥਨ ਵਾਲੇ ਆਪ ਸੰਗਤਾਂ ਨੂੰ 40 ਮਿੰਟ ਵਾਸਤੇ ਕਥਾ ਸੁਣਨ ਕਰਾ ਰਹੇ ਨੇ। ਬੜੇ ਪਿਆਰ ਨਾਲ ਸਾਨੂੰ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ।